बिस्मिल्लाहिर्रहमानिर्रहीम। ਅੱਜ ਦਾ ਪ੍ਰੋਗਰਾਮ ਸਾਡਾ ਸਪੈਸ਼ਲ ਪ੍ਰੋਗਰਾਮ ਹੈ। ਅੱਜ ਸਾਡੇ ਨਾਲ ਆਜ਼ਾਦੀ ਦੀ ਤਹਿਰੀਕ ਦੇ ਮੁਜਾਹਿਦ, ਮੇਰੀ ਮੁਰਾਦ ਖਾਲਿਸਤਾਨ ਦੀ ਆਜ਼ਾਦੀ ਦੇ ਸਿਆਸੀ ਮੁਜਾਹਿਦ, ਦਾਨਸ਼ਵਰ ਤੇ ਮੁਹੱਕਕ, ਸਮਾਜੀ ਤੇ ਸਿਆਸੀ ਤੇ ਇਨਸਾਨੀ ਹਕੂਕ ਨਾਲ ਵਾਬਸਤਾ ਮੁਤੱਦਦ ਤਨਜ਼ੀਮਾਂ ਦੇ ਰਹਿਨੁਮਾ ਜਨਾਬ ਡਾਕਟਰ ਅਮਰਜੀਤ ਸਾਹਿਬ ਨਾਲ ਖਾਲਿਸਤਾਨ ਦੇ ਬਾਰੇ ਖਸੂਸੀ ਗੱਲਬਾਤ ਹੋਏਗੀ। और असी तुहानू दसदे जाइए कि डॉक्टर साहब ना सिर्फ खालिस्तान दी आज़ादी दे हामी ने, बल्कि कश्मीर दी आज़ादी दे सिलसिले अंदर इन्हां दियां जेहड़ियां कोशिशां ने वो भी किसे तो ढकियां छुपियां नहीं। न्यूयॉर्क दे विच अकवाम मुत्तहिदा होए या वाशिंगटन दे विच वाइट हाउस होए, डॉक्टर साहब दी आवाज़ हमेशा खड़कदी नजर आंदी है। डॉक्टर साहब असी तुहानू ਵੈਲਕਮ ਕਹਿੰਦੇ ਆ, ਖੁਸ਼ ਆਮਦਦ ਕਹਿੰਦੇ ਆ 72 ਨਿਊਜ਼ ਦੇ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸ਼ਾਹਿਦ ਰਾਂਝਾ ਜੀ, ਔਰ ਮੈਂ 72 ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਵਿਊਅਰਸ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਅਸਲਾਮ ਅਲੈਕਮ, ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ, ਅਸੀਂ ਚਾਹੁੰਦੇ ਸਾਂ ਕਿ ਤੁਸੀਂ ਸਾਡੇ ਪੰਜਾਬ ਇੱਧਰ ਦਾ ਹੋਵੇ ਜਾਂ ਉੱਧਰ ਦਾ ਹੋਵੇ, ਅਸੀਂ ਪੰਜਾਬ ਨੂੰ ਪੰਜਾਬੀ ਸਮਝਨੇ ਆ। ਔਰ ਖਾਲਿਸਤਾਨ ਦੀ ਜਿਹੜੀ ਤੁਹਾਡੀ ਤਹਿਰੀਕ ਹੈ, ਤੁਸੀਂ ਜਾਣਦੇ ਹੋ ਅਸੀਂ ਤੁਹਾਡੇ ਸੰਗ ਮਿਲ ਕੇ ਇਹਦੇ ਨਾਲ ਹਿੱਸਾ ਵੀ ਥੋੜਾ ਬਹੁਤ ਪਾਉਂਦੇ ਰਹਿੰਦੇ ਆ। ਲੇਕਿਨ ਮੈਂ ਚਾਹੁੰਦਾ ਸਾਂ ਕਿ ਪੂਰੇ ਪਾਕਿਸਤਾਨ ਤੱਕ ਤੁਹਾਡੀ ਆਵਾਜ਼ ਪਹੁੰਚੇ ਔਰ ਪੂਰਾ ਪਾਕਿਸਤਾਨ ਤੁਹਾਡੀ ਆਵਾਜ਼ ਨੂੰ ਸੁਣੇ। ਔਰ ਇਸ ਸਿਲਸਿਲੇ ਦੇ ਅੰਦਰ ਤੁਸੀਂ ਇਹ ਸਾਨੂੰ ਦੱਸੋ ਕਿ 1984 ਅੱਜ ਤੋਂ 36 ਸਾਲ ਪਹਿਲੇ ਭਾਰਤ ਵਿੱਚ ਪੰਜਾਬ ਅੰਮ੍ਰਿਤਸਰ ਦੇ ਅੰਦਰ ਦਰਬਾਰ ਸਾਹਿਬ ਤੇ ਜਿਹੜਾ ਜਰਨੈਲ ਸਿੰਘ ਦੀ ਕਿਆਦਤ, ਭਿੰਡਰਾਂਵਾਲੇ ਦੀ ਕਿਆਦਤ ਵਿੱਚ ਉੱਥੇ ਸਿੱਖ ਮੌਜੂਦ ਸਨ ਤੇ ਭਾਰਤੀ ਫੌਜ ਨੇ ਜਿਸ ਦਹਿਸ਼ਤਗਰਦੀ ਦਾ ਮੁਜ਼ਾਹਰਾ ਕੀਤਾ ਸਨ, ਕਦੀ ਤਾਰੀਖ ਤੇ ਥੋੜੀ ਜੀ ਰੋਸ਼ਨੀ ਪਾ ਕੇ ਦੱਸੋਗੇ ਕਿ ਕਿਉਂ ਐਸਾ ਹੋਇਆ? ਦੇਖੋ, ਤੁਸੀਂ ਬੜਾ ਬੇਸਿਕ ਸਵਾਲ ਕੀਤਾ ਹੈ, ਪਰ ਮੈਂ ਜੂਨ 84 ਦੇ ਭਾਰਤੀ ਫੌਜ ਦੇ ਟੈਂਕਾਂ ਤੋਪਾਂ ਨਾਲ ਹਮਲੇ ਦੀ ਇਸ ਦਾਸਤਾਨ ਨੂੰ ਬਿਆਨਣ ਤੋਂ ਪਹਿਲਾਂ 1947 ਵੱਲ ਜਾਣਾ ਚਾਹਾਂਗਾ, ਕਿਉਂਕਿ ਇਸ ਮਸਲੇ ਦੀਆਂ ਜੜ੍ਹਾਂ 1947 ਦੀ ਪਾਰਟੀਸ਼ਨ ਨਾਲ ਜੁੜੀਆਂ ਹੋਈਆਂ ਨੇ। ਅੰਗਰੇਜ਼ਾਂ ਨੇ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਉਹ ਇੰਨੇ ਕਰਜ਼ਾਈ ਹੋ ਗਏ ਔਰ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਉਹਨਾਂ ਨੇ ਸਬ ਕੰਟੀਨੈਂਟ ਚੋਂ ਨਿਕਲਣਾ ਤੇ ਜ਼ਾਹਿਰ ਹੈ ਕਿ ਤਿੰਨ ਕੌਮਾਂ ਜਿਹੜੀਆਂ ਨੇ ਉਸ ਵੇਲੇ ਜਿਹੜੀ ਟ੍ਰਾਂਸਫਰ ਆਫ ਪਾਵਰ ਕਿ ਅਗਲਾ ਕੀ ਸਿਸਟਮ ਹੋਏ ਉਸ ਦੀ ਨੈਗੋਸ਼ੀਏਸ਼ਨ ਦੇ ਲਈ ਅੱਡ-ਅੱਡ ਰਾਊਂਡ ਟੇਬਲ ਕਾਨਫਰੰਸਿਸ ਦੇ ਵਿੱਚ ਲੰਡਨ 'ਚ ਸੱਦੀਆਂ ਗਈਆਂ। ਉਹਨਾਂ ਦੇ ਵਿੱਚ ਹਿੰਦੂਆਂ ਦੀ ਨੁਮਾਇੰਦਗੀ ਜ਼ਾਹਿਰ ਹੈ ਕਾਂਗਰਸ ਕਰਦੀ ਸੀ, ਮੁਸਲਮਾਨਾਂ ਦੀ ਨੁਮਾਇੰਦਗੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਕਰਦੇ ਸਨ, ਔਰ ਸਿੱਖਾਂ ਦੀ ਨੁਮਾਇੰਦਗੀ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਇਹ ਟਰਾਇਓ ਲੀਡਰਸ਼ਿਪ ਸੀ। ਔਰ ਅਸੀਂ ਇਹ ਸਮਝਦੇ ਹਾਂ ਕਿ ਉਸ ਵੇਲੇ ਦੀ ਸਾਡੀ ਅਕਾਲੀ ਲੀਡਰਸ਼ਿਪ ਨਾ ਤਾਂ ਸਮੇਂ ਦੀ ਹਾਣ ਦੀ ਸੀ, ਨਾ ਉਹ ਕਾਂਗਰਸ ਦੇ ਹਿੰਦੂ ਲੀਡਰਾਂ ਦੀਆਂ ਜਿਹੜੀਆਂ ਸ਼ੈਤਾਨੀ ਵਾਲੀਆਂ ਲਾਈਨਾਂ ਸੀ ਉਹਨਾਂ ਦੇ ਅੰਦਰ ਕਨਵੋਲਿਊਟਡ ਮਾਈਂਡ ਉਹਨੂੰ ਸਮਝ ਸਕੇ। ਔਰ ਉਹਨਾਂ ਨੇ ਨਾ ਤਾਂ ਅੰਗਰੇਜ਼ਾਂ ਦੀ ਆਜ਼ਾਦ ਦੇਸ਼ ਦੀ ਆਫਰ ਵੱਲ ਕੋਈ ਧਿਆਨ ਦਿੱਤਾ, ਨਾ ਕਾਇਦੇ ਆਜ਼ਮ ਵੱਲੋਂ ਕੀਤੀ ਬੜੀ ਸਿੰਸੀਅਰ ਪੇਸ਼ਕਸ਼ ਕਿ ਉਹ ਕੁਝ ਵੀ ਮੰਨਣ ਨੂੰ ਤਿਆਰ ਨੇ ਪੰਜਾਬ ਦੀ ਡਿਵੀਜ਼ਨ ਨਾ ਹੋਏ, ਉਸ ਵੱਲ ਵੀ ਉਹਨਾਂ ਨੇ ਜਿਹੜਾ ਹੈ ਉਹ ਬਿਲਕੁਲ ਕੰਨ ਨਹੀਂ ਧਰੇ। ਔਰ ਅੱਖਾਂ ਬੰਦ ਕਰਕੇ ਕਾਂਗਰਸ ਦੇ ਨਾਲ ਇਹਨਾਂ ਐਸ਼ੋਰੈਂਸਿਸ ਦੇ ਉੱਤੇ, ਕਿਉਂਕਿ ਉਸ ਵੇਲੇ ਦੀ ਜੇ ਅਸੀਂ ਗਾਂਧੀ, ਨਹਿਰੂ, ਕਾਂਗਰਸ ਵਰਕਿੰਗ ਕਮੇਟੀ ਦੇ ਰੈਜ਼ੋਲੂਸ਼ਨ ਦੇਖੀਏ ਤੇ ਦੋ ਗੱਲਾਂ ਮੈਂ ਉਹਦੇ ਵਿੱਚ ਜ਼ਰੂਰ ਕਹਿਣੀਆਂ ਚਾਹੁੰਦਾ ਜੀ। ਇੱਕ ਤਾਂ ਗਾਂਧੀ ਦਾ ਇਹ ਔਨ ਰੈਕਰਡ ਹੈ ਜਿਹਦੇ ਚ ਉਹਨੇ ਕਿਹਾ ਕਿ no constitution in India will be accepted which won't be acceptable to the Sikhs, ਕਿ ਭਾਰਤ ਦੇ ਵਿੱਚ ਕੋਈ ਵੀ ਉਹ ਆਇਨ ਮਨਜ਼ੂਰ ਨਹੀਂ ਕੀਤਾ ਜਾਏਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ। ਨਹਿਰੂ ਨੇ ਇਹ ਅਸ਼ੋਰ ਕੀਤਾ ਕਿ I don't see any problem that why not the brave Sikhs of Punjab are given a province in the north of India so that they may also be able to experience the glow of freedom, ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕਿ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਭਾਰਤ ਦੇ ਨਾਰਥ ਵਿੱਚ ਐਸਾ ਸੂਬਾ ਦਿੱਤਾ ਜਾਏ ਜਿੱਥੇ ਕਿ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਹੁਣ ਸਾਡੀ ਅਕਾਲੀ ਲੀਡਰਸ਼ਿਪ ਨੇ ਇਹਨਾਂ ਐਸ਼ੋਰੈਂਸਿਸ ਦੇ ਉੱਤੇ ਹੀ
ਇੰਡੀਆ 'ਚ ਰਹਿਣ ਦਾ ਜਾਂ ਇੰਡੀਆ ਨੂੰ ਜੁਆਇਨ ਕਰਨ ਦਾ ਫੈਸਲਾ ਕੀਤਾ, ਜਿਹਦਾ ਨਤੀਜਾ ਅਸੀਂ ਦੇਖਦੇ ਹਾਂ। ਪਹਿਲਾਂ ਤਾਂ ਦੁਖਦ ਵੰਡ ਦੇ ਵਿੱਚ ਕਿੰਨੀ ਤਬਾਹੀ ਹੋਈ ਦੋਵੇਂ ਪਾਸੇ ਪੰਜਾਬਾਂ ਦੇ ਵਿੱਚ, ਜਿਹੜੀ ਕਿ ਦਰਿੰਦਗੀ ਇਹ ਇਤਿਹਾਸ ਦਾ ਇੱਕ ਕਾਲਾ ਧੱਬਾ ਹੈ। ਪਰ ਇਸ ਤੋਂ ਵੀ ਸਾਡੇ ਲਈ ਸ਼ੌਕਿੰਗ ਇਹ ਸੀ ਕਿ ਲਗਭਗ 40% ਸਿੱਖ ਆਬਾਦੀ ਜਿਹੜੀ ਲਹਿੰਦੇ ਪੰਜਾਬ ਜਾਂ ਸਿੰਧ ਜਾਂ ਖੈਬਰ ਪਖਤੂਨਖਵਾ ਇਲਾਕੇ 'ਚ ਵਸਦੀ ਸੀ, ਉਹ ਪਨਾਹਗੀਰ ਬਣ ਕੇ ਭਾਰਤ ਆਏ। ਪਰ 3 ਮਹੀਨੇ ਦੇ ਵਿੱਚ ਇੱਕ ਸਰਕੂਲਰ ਇੰਡੀਆ ਦੀ ਹੋਮ ਮਿਨਿਸਟਰੀ ਨੇ ਜਾਰੀ ਕੀਤਾ। ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਸੀ, ਪਟੇਲ ਹੋਮ ਮਿਨਿਸਟਰ ਸੀ ਔਰ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਸੀ। ਔਰ ਉਹ ਸਰਕੂਲਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਭੇਜਿਆ ਗਿਆ। ਉਹਦੇ 'ਚ ਲਫ਼ਜ਼ ਸਨ, ਇਹ 10 ਅਕਤੂਬਰ 1947 ਦਾ ਸਰਕੂਲਰ ਹੈ, ਜਿਹਦੇ 'ਚ ਕਿਹਾ ਗਿਆ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂ। ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਕਾਨੂੰਨ ਤੁਸੀਂ ਕੀ ਸਮਝਦੇ ਹੋ ਡਾਕਟਰ ਸਾਹਿਬ, ਮੈਂ ਸੌਰੀ ਮਾਜ਼ਰ, ਤੁਸੀਂ ਕੀ ਸਮਝਦੇ ਹੋ ਕਿ 1947 ਦੇ ਵਿੱਚ ਜਿਹੜੇ ਸਿੱਖਾਂ ਦੇ ਲੀਡਰ ਸਨ ਉਹਨਾਂ ਦੀ ਇਹ ਗਲਤੀ ਸੀ ਕਿ ਇੰਡੀਆ ਨਾਲ ਜਿਹੜਾ ਅਲਾਈਅੰਸ ਕਰਕੇ ਹਿੰਦੁਸਤਾਨ ਇੱਕ ਮੁਲਕ ਬਣਾਉਣਾ? ਗਲਤੀ ਨਹੀਂ ਜੀ, ਇਹ ਬਜਰ ਗੁਨਾਹ ਸੀ ਜਿਹੜਾ। ਅੱਛਾ, ਗੁਨਾਹ ਸੀ। ਇਹਦਾ ਮਤਲਬ ਇਹ ਕਿ ਕਾਇਦੇ ਆਜ਼ਮ ਨੇ ਜਿਹੜਾ ਫੈਸਲਾ ਮੁਸਲਮਾਨਾਂ ਦੇ ਹੱਕ ਵਿੱਚ ਕੀਤਾ ਸੀ ਉਹ ਬਿਲਕੁਲ ਦਰੁਸਤ ਫੈਸਲਾ ਸੀ। ਮੈਂ ਸਮਝਦਾ ਹਾਂ ਕਿ ਤੁਹਾਡੀ ਕੌਮ ਬੜੀ ਖੁਸ਼ਕਿਸਮਤ ਸੀ ਔਰ ਹੈ ਕਿ ਉਹਨਾਂ ਨੂੰ ਕਾਇਦੇ ਆਜ਼ਮ ਵਰਗਾ ਉਹ ਲੀਡਰ ਮਿਲਿਆ ਜਿਨ੍ਹਾਂ ਨੇ ਗਾਂਧੀ ਔਰ ਨਹਿਰੂ ਵਿੱਚ ਲੁਕਿਆ ਹੋਇਆ ਜਿਹੜਾ ਹਿੰਦੂ ਸੀ ਉਸ ਨੂੰ ਪਛਾਣਿਆ। ਔਰ ਇਹ ਕਾਇਦੇ ਆਜ਼ਮ ਦੇ ਲਫ਼ਜ਼ ਨੇ ਜਿਹੜੇ ਸਿੱਖ ਹਿਸਟਰੀ ਚ ਕੋਟ ਹੁੰਦੇ ਨੇ ਗਾਂਧੀ ਬਾਰੇ ਕਿ whenever Gandhi has come to meet me, he has come to cheat me, ਕਿ ਜਦੋਂ ਮੈਨੂੰ ਮਿਲਣ ਆਇਆ ਧੋਖਾ ਦੇਣ ਆਇਆ। ਸੋ ਜਦੋਂ ਔਰ ਮੈਂ ਸਮਝਦਾ ਹਾਂ ਕਿ ਜੇ ਕਾਇਦੇ ਆਜ਼ਮ ਨਾ ਹੁੰਦੇ ਤਾਂ ਸ਼ਾਇਦ ਮੁਸਲਮਾਨ ਭੋਲੇ ਭਾਲੇ ਵੀ ਸਿੱਖਾਂ ਵਾਂਗ ਕਾਂਗਰਸ ਦੇ ਜਾਲ 'ਚ ਫਸੇ ਹੁੰਦੇ। ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਅਬਦੁਲ ਗਫਾਰ ਖਾਨ, ਇਹ ਸਾਰੀ ਉਹ ਕੈਟਾਗਰੀ ਹੈ ਜਿਹੜੇ ਸਮਝਦੇ ਸੀ ਕਿ ਗਾਂਧੀ ਔਰ ਨਹਿਰੂ ਸੱਚੇ ਸੈਕੂਲਰ ਨੇ, ਪਰ ਉਹਨਾਂ ਦੇ ਅੰਦਰ ਲੁਕਿਆ ਹੋਇਆ ਹਿੰਦੂ ਸੀ ਜਿਹਨਾਂ ਨੇ ਸੈਕੂਲਰਿਜ਼ਮ ਦਾ ਲਬਾਦਾ ਪਹਿਨਾਇਆ ਹੋਇਆ। ਅੱਛਾ, ਠੀਕ ਹੈ। ਹਾਂਜੀ, ਸੋ ਮੈਂ ਸੈਕੰਡ ਪਾਰਟ ਕਰਨਾ ਚਾਹੁੰਦਾ। ਫਿਰ ਭਾਰਤ ਦੇ ਵਿੱਚ ਆਈਨ ਬਣਾਉਣ ਦੀ ਜਿਹੜੀ ਹੈ ਪ੍ਰੈਕਟਿਸ ਉਹ ਸ਼ੁਰੂ ਹੋਈ। ਆਈਨੀ ਅਸੈਂਬਲੀ ਬਣੀ, ਕਾਂਸਟੀਟਿਊਐਂਟ ਅਸੈਂਬਲੀ। ਔਰ ਜਿਹੜੇ 2 ਸਿੱਖ ਨੁਮਾਇੰਦੇ ਸਨ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ, ਉਹਨਾਂ ਨੇ ਦੇਖਿਆ ਵੀ ਇਹਨਾਂ ਨੇ ਜਿਹੜਾ ਸਾਡੇ ਨਾਲ ਇਕਰਾਰ ਕੀਤਾ ਸੀ ਕਿ ਆਟੋਨੋਮਸ ਸੂਬਾ ਦੇਾਂਗੇ, ਉਹਨਾਂ ਕੀ ਦੇਣਾ? ਇਹ ਤਾਂ ਆਈਨ ਦੇ ਵਿੱਚ ਸਿੱਖਾਂ ਨੂੰ ਅੱਡ ਮਜ਼ਹਬ ਮੰਨਣ ਦੇ ਲਈ ਤਿਆਰ ਨਹੀਂ। ਅੱਜ ਵੀ ਜਿਹੜਾ ਆਰਟੀਕਲ 25B ਹੈ ਇੰਡੀਅਨ ਕਾਨਸਟੀਟਿਊਸ਼ਨ ਦਾ, ਉਹ ਸਿੱਖਾਂ, ਬੁੱਧ ਧਰਮ ਨੂੰ ਮੰਨਣ ਵਾਲਿਆਂ ਤੇ ਜੈਨ ਧਰਮ ਨੂੰ ਮੰਨਣ ਵਾਲਿਆਂ ਨੂੰ ਹਿੰਦੂ ਐਲਾਨਦਾ। ਔਰ ਉਸ ਵੇਲੇ ਇਹ ਦੋਨੋਂ ਸਿੱਖ ਨੁਮਾਇੰਦੇ ਜਿਹੜੇ ਨੇ ਕਾਂਸਟੀਟਿਊਐਂਟ ਅਸੈਂਬਲੀ ਦੇ, ਉਹ ਖਲੋਤੇ। ਉਹਨਾਂ ਨੇ ਕਿਹਾ ਕਿ ਦਿਸ ਇਜ਼ ਬਿਟਰੀਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੀਅਲ ਆਫ ਦਾ ਪ੍ਰੋਮਿਸਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਾਂਸਟੀਟਿਊਸ਼ਨ। ਹਕੀਕਤ ਇਹ ਹੈ ਕਿ ਬੇਸ਼ੱਕ ਅਸੀਂ ਭਾਰਤ ਦੇ ਨਕਸ਼ੇ 'ਚ ਕੈਦ ਹੋਏ, ਸਿੱਖਾਂ ਨੇ ਇਸ ਕਾਂਸਟੀਟਿਊਸ਼ਨ ਦੇ ਡਾਕੂਮੈਂਟ ਤੇ ਦਸਤਖਤ ਨਹੀਂ ਕੀਤੇ। ਨਹੀਂ ਸੀ। ਅੱਛਾ, ਠੀਕ ਹੈ। ਡੀ ਫੈਕਟੋ ਅਸੀਂ ਭਾਵੇਂ ਇੰਡੀਆ 'ਚ ਕੈਪਚਰ ਹੈ, ਪਰ ਡੀ ਜੂਰਿਸ ਅਸੀਂ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ। ਸੋ ਸਾਡੀ ਸਟਰਗਲ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਕਾਂਸਟੀਟਿਊਸ਼ਨ ਨੂੰ ਨਕਾਰ ਦਿੰਦੇ। ਡਾਕਟਰ ਸਾਹਿਬ, ਮੇਰਾ ਸਵਾਲ ਤੁਹਾਡੇ ਅੱਗੇ ਵੇ ਕਿ ਅਸੀਂ ਸੁਣਨਾ ਚਾਹੁੰਦੇ ਹਾਂ, ਸਾਡੇ 72 ਦੇ ਨਾਜ਼ਰੀਨ ਔਰ ਪਾਕਿਸਤਾਨ ਦੀ ਆਵਾਮ ਸੁਣਨਾ ਚਾਹੁੰਦੀ ਹੈ ਕਿ ਖਾਲਿਸ ਤੁਸੀਂ ਅੱਜ ਬੜੀ ਚੰਗੀ ਗੱਲ ਕੀਤੀ ਹੈ ਕਿ ਪਾਕਿਸਤਾਨੀ ਖੁਸ਼ਕਿਸਮਤ ਨੇ ਕਿ ਜਿਨ੍ਹਾਂ ਨੂੰ ਕਾਇਦੇ ਆਜ਼ਮ ਵਰਗਾ ਲੀਡਰ ਮਿਲਿਆ ਤੇ ਇਹਨਾਂ ਨੇ ਇੱਕ ਅਲੱਗਾ ਵਤਨ ਹਾਸਲ ਕਰ ਲਿਆ। ਔਰ ਸਿੱਖ ਜਿਹੜੇ ਸਨ ਉਸ ਦਿਨ ਦੇ ਅੱਜ ਤੱਕ ਤਾਂਦੇ ਨੇ ਪਏ ਕਿ ਆਪਣੀ ਧਰਤੀ, ਉਹਨਾਂ ਦੀ ਧਰਤੀ ਤੇ ਦੂਸਰੇ ਲੋਕ ਕਾਬਜ਼ ਨੇ। ਮੈਨੂੰ ਇਹ ਦੱਸੋ ਕਿ ਜਿਹੜਾ 1984 ਦੇ ਵਿੱਚ ਅੱਜ ਤੋਂ 36 ਸਾਲ ਪਹਿਲੇ ਜਿਹੜੀ ਤੁਸੀਂ ਤਹਿਰੀਕ ਸ਼ੁਰੂ ਕੀਤੀ ਔਰ ਇਸ ਖਾਲਿਸਤਾਨ ਦੀ ਤਹਿਰੀਕ ਨੂੰ ਜਿਹੜਾ ਤੁਸੀਂ ਅੱਜ ਨਿਊਯਾਰਕ, ਅਮਰੀਕਾ, ਕੈਨੇਡਾ, ਦੁਨੀਆ ਪੂਰੀ 'ਚ ਲੈ ਕੇ ਫਿਰਦੇ ਤੁਰਦੇ ਹੋ ਪਏ, ਇਸ ਤਹਿਰੀਕ ਦੇ ਸੱਦੇ-ਬਾਬ ਦੇ ਬਾਰੇ ਤੁਸੀਂ ਸਾਨੂੰ ਦੱਸੋ ਕਿ ਇਹ ਤਹਿਰੀਕ ਕਿਸ ਤਰ੍ਹਾਂ ਸ਼ੁਰੂ ਹੋਈ ਔਰ ਤੁਸੀਂ ਕਿਉਂ ਜ਼ਰੂਰੀ ਸਮਝੀ? ਦੇਖੋ, ਪਹਿਲਾ ਸਟੈਪ ਮੈਂ ਐਕਸਪਲੇਨ ਕੀਤਾ ਹੈ ਕਿ ਭਾਈ ਅਸੀਂ ਇੰਡੀਆ ਦੇ ਆਈਨ ਨੂੰ ਮੰਨਿਆ ਹੀ ਨਹੀਂ,
ਅੱਛਾ ਠੀਕ ਹੈ। 47 ਤੋਂ ਇੱਕਦਮ ਬਾਅਦ ਪੀਸਫੁਲ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਤਹਿਰੀਕਾਂ ਨੇ ਜਿਨ੍ਹਾਂ ਲਈ ਲਫ਼ਜ਼ ਮੋਰਚਾ ਇਸਤੇਮਾਲ ਕੀਤਾ ਜਾਂਦਾ ਹੈ, ਉਹ ਸੀ ਕਿ ਭਾਈ ਸਾਡੀ ਪੰਜਾਬੀ ਜ਼ਬਾਨ ਨੂੰ ਰੈਕਗਨਾਈਜ਼ ਕਰੋ, ਜਿਵੇਂ ਬਾਕੀ ਸੂਬਿਆਂ 'ਚ ਤਮਿਲ, ਤੇਲਗੂ, ਕੰਨੜ, ਮਲਿਆਲਮ, ਉੜੀਆ, ਮਰਾਠੀ, ਗੁਜਰਾਤੀ ਬਾਕੀ ਜ਼ਬਾਨਾਂ ਦੇ ਆਧਾਰ ਤੇ ਸੂਬੇ ਬਣਾ ਦਿੱਤੇ, ਪੰਜਾਬੀ ਦੇ ਆਧਾਰ ਤੇ ਨਹੀਂ ਬਣਾਇਆ। ਫਿਰ ਜਦੋਂ 16 ਸਾਲ ਸਿੱਖਾਂ ਨੇ ਸਟਰਗਲ ਕਰਕੇ ਔਰ 60,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦੇ ਕੇ ਸੂਬਾ ਬਣਾਇਆ, ਉਹਦੇ ਚੋਂ ਚੰਡੀਗੜ੍ਹ ਬਾਹਰ ਕੱਢ ਲਿਆ, ਉਹਦੀ ਕੈਪੀਟਲ ਜਿਹੜੇ ਰਿਵਰ ਵਾਟਰਸ ਨੇ, ਸਤਲੁਜ, ਬਿਆਸ, ਰਾਵੀ ਦਾ ਪਾਣੀ ਜਿਹੜਾ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਸੂਬਿਆਂ ਦੀ ਮਲਕੀਅਤ ਹੈ, ਉਹਨੂੰ ਸੈਂਟਰ ਨੇ ਕੰਟਰੋਲ ਕਰ ਲਿਆ। ਸੋ ਕਟਿੰਗ ਦਾ ਸਟੋਰੀ ਸ਼ਾਰਟ, 47 ਤੋਂ 84 ਤੱਕ 37 ਸਾਲ ਦੇ ਪੀਰੀਅਡ 'ਚ ਬਹੁਤ ਪੀਸਫੁਲ ਤਰੀਕੇ ਦੇ ਨਾਲ ਆਪਣੇ ਹੱਕ ਲੈਣ ਦੇ ਲਈ ਐਜੀਟੇਸ਼ਨਸ ਹੋਈਆਂ। ਪਰ ਫਾਈਨਲੀ ਔਰ ਸਾਡੀ ਖੁਸ਼ਕਿਸਮਤੀ ਸੀ ਕਿ 1980s ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਜਿਹੜੇ ਬੜੇ ਕੈਰਿਜ਼ਮੈਟਿਕ ਲੀਡਰ ਸਨ, ਉਹ ਉੱਭਰੇ ਔਰ ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਅਸੀਂ ਅਮਨ ਵਾਲੇ ਤਰੀਕੇ ਨਾਲ ਅਜਮਾ ਲਿਆ, ਹੁਣ ਇਹਦੇ ਨਾਲ ਸਾਨੂੰ ਆਜ਼ਾਦੀ ਨਹੀਂ ਮਿਲਣੀ, ਹੁਣ ਸਾਨੂੰ ਹਥਿਆਰ ਚੁੱਕਣੇ ਪੈਣਗੇ। ਸੋ ਪਿੰਡਰਾਂ ਵਾਲਿਆਂ ਨੇ 81, 82 ਤੋਂ ਸਿੱਖਾਂ ਨੂੰ ਖੜੇ ਕੀਤਾ। ਪੰਜਾਬ 'ਚ ਇੱਕ ਆਜ਼ਾਦੀ ਦੀ ਤਹਿਰੀਕ ਵੱਲ ਕਦਮ ਪੁੱਟਣੇ ਸ਼ੁਰੂ ਹੋਏ ਔਰ ਇਹ ਉਹ ਪੀਰੀਅਡ ਸੀ ਕਿ ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ, ਦਰਬਾਰ ਸਾਹਿਬ ਦੇ ਉੱਤੇ ਹੀ ਨਹੀਂ, ਗੋਲਡਨ ਟੈਂਪਲ, ਗੋਲਡਨ ਟੈਂਪਲ ਦਾ। ਮੈਂ ਯਾਦ ਦਹਾਨੀ ਕਰਵਾ ਦਿਆਂ, ਇਹ ਉਹੀ ਗੋਲਡਨ ਟੈਂਪਲ ਹੈ ਜਿਹਦਾ ਸੰਗੇ ਬੁਨਿਆਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਸਾਈਂ ਮੀਆਂ ਮੀਰ ਲਾਹੌਰ ਤੋਂ ਪਾਲਕੀ ਭੇਜ ਕੇ ਉਹਨਾਂ ਨੂੰ ਬੁਲਾਇਆ ਔਰ ਇਸ ਗੋਲਡਨ ਟੈਂਪਲ ਦਰਬਾਰ ਸਾਹਿਬ ਦਾ ਸੰਗੇ ਬੁਨਿਆਦ ਸਾਈਂ ਮੀਆਂ ਮੀਰ ਨੇ, ਹਜ਼ਰਤ ਮੀਆਂ ਮੀਰ ਨੇ ਰੱਖਿਆ। ਅੱਛਾ ਠੀਕ ਹੈ, 400 ਸਾਲ ਪਹਿਲਾਂ। ਸੋ ਇਹ ਸਾਡੀ ਇਸਲਾਮ ਔਰ ਸਿੱਖੀ ਦੀਆਂ ਜਿਹੜੀਆਂ ਸਾਂਝਾਂ ਨੇ, ਜਿਹਨਾਂ ਨੂੰ ਅਲਾਮਾ ਇਕਬਾਲ ਨੇ ਜਦੋਂ ਗੁਰੂ ਨਾਨਕ ਸਾਹਿਬ ਦੀ ਇਸ ਧਰਤੀ ਤੇ ਆਮਦ ਬਾਰੇ ਕਿਹਾ ਸੀ ਤੇ ਅਲਾਮਾ ਇਕਬਾਲ ਨੇ ਕਿਹਾ ਸੀ, ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्दे कामिल ने जगाया ख्वाब से। गुरु नानक साहब ਨੂੰ ਉਹਨਾਂ ਨੇ ਮਰਦੇ ਕਾਮਿਲ ਔਰ ਤੌਹੀਦ ਦੀ ਸਾਂਝ ਦੋਨਾਂ ਕੌਮਾਂ ਦੀ, ਇਹ ਅਲਾਮਾ ਇਕਬਾਲ ਉਸ ਵਕਤ ਤੁਹਾਡੀ ਤਹਿਰੀਕ ਦੇ ਵਿੱਚ 1984-85 ਦੇ ਦੌਰਾਨ ਬਹੁਤ ਸਾਰੇ ਨੌਜਵਾਨ ਸ਼ਹੀਦ ਵੀ ਹੋਏ। ਕਿਆ ਤੁਸੀਂ ਸਾਨੂੰ ਦੱਸੋਗੇ ਕਿ ਆਜ਼ਾਦੀ ਦੀਆਂ ਤਾਰੀਕਾਂ ਹਮੇਸ਼ਾ ਕੁਰਬਾਨੀਆਂ ਮੰਗਦੀਆਂ ਨੇ, ਜਿਸ ਤਰ੍ਹਾਂ ਪਾਕਿਸਤਾਨ ਬਣਿਆ ਤੇ ਸਾਡੇ ਆਬਾਓ ਇਜਦਾਦ ਨੇ ਵੀ ਕੁਰਬਾਨੀਆਂ ਦਿੱਤੀਆਂ। ਕਿਆ ਤੁਸੀਂ ਦੱਸੋਗੇ ਕਿ ਉਸ ਵਕਤ ਇੰਡੀਅਨ ਫੌਜ ਦੇ ਹੱਥੋਂ ਕਿੰਨੇ ਸਿੱਖ ਨੌਜਵਾਨ ਜਿਹੜੇ ਨੇ ਉਹ ਸ਼ਹੀਦ ਹੋਏ? ਦੇਖੋ, ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ, ਉਹਨਾਂ ਨੇ ਹਮਲੇ ਦਾ ਦਿਨ ਵੀ ਉਹੀ ਚੁਣਿਆ ਜਿਸ ਦਿਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਸੀ, ਜਿਹੜਾ ਕਿ ਸਿੱਖ ਇਤਿਹਾਸ ਦੇ ਵਿੱਚ ਸ਼ਹੀਦੀਆਂ ਦੀ ਸ਼ੁਰੂਆਤ ਹੈ। ਔਰ ਉਸ ਫੌਜ ਦਾ ਜਿਹੜੀ ਟੈਂਕਾਂ ਤੋਪਾਂ ਦੇ ਨਾਲ ਆਈ, ਦਰਬਾਰ ਸਾਹਿਬ ਨੂੰ ਡਿਫੈਂਡ ਕਰਨ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਇਹ ਜਨਰਲ ਸੁਬੇਗ ਸਿੰਘ ਉਹੀ ਨੇ ਜਿਨ੍ਹਾਂ ਨੇ 1971 ਦੇ ਵਿੱਚ ਬੰਗਲਾਦੇਸ਼ ਬਣਾਉਣ 'ਚ ਸੈਂਟਰਲ ਰੋਲ ਅਦਾ ਕੀਤਾ ਸੀ। ਪਰ ਉਹਨਾਂ ਨੂੰ ਬਹੁਤ ਜਲਦੀ ਸਮਝ ਆ ਗਈ ਕਿ ਹਿੰਦੂ ਕੌਮ ਕਿੰਨੀ ਧੋਖੇਬਾਜ਼ ਹੈ ਔਰ ਉਹਨਾਂ ਨੇ ਆ ਕੇ ਪਿੰਡਾਂ ਵਾਲਿਆਂ ਨੂੰ ਆਪਣੀਆਂ ਸਰਵਿਸਿਜ਼ ਦਿੱਤੀਆਂ ਔਰ ਉਹਦੇ ਨਾਲ ਭਾਈ ਅਮਰੀਕ ਸਿੰਘ ਔਰ 72 ਘੰਟੇ ਭਾਰਤੀ ਫੌਜ ਨੂੰ ਨਾ ਸਿਰਫ ਰੋਕਿਆ, ਇਹਨਾਂ ਸਾਰਿਆਂ ਨੇ ਸ਼ਹੀਦੀਆਂ ਪਾਈਆਂ ਔਰ ਬਹੁਤ ਸਾਰੀਆਂ ਥਾਵਾਂ ਤੇ ਕੁੱਲ ਮਿਲਾ ਕੇ ਇਸ ਪਹਿਲੇ ਹਫ਼ਤੇ 'ਚ 10,000 ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹ ਭਾਰਤੀ ਫੌਜ ਨੇ ਮਾਰੇ। ਲੇਕਿਨ ਇਹਦਾ ਸਿੱਖਾਂ ਨੇ ਬਦਲਾ ਵੀ ਲਿਆ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਮਾਰਿਆ, ਉਹਦੇ ਦੋ ਸਿੱਖ ਬਾਡੀਗਾਰਡਸ ਬੇਅੰਤ ਸਿੰਘ, ਸਤਵੰਤ ਸਿੰਘ ਨੇ। ਔਰ 2 ਸਾਲ ਬਾਅਦ ਭਾਰਤੀ ਫੌਜ ਦਾ ਜਰਨੈਲ ਜਿਹੜਾ ਕਮਾਂਡਰ ਇਨ ਚੀਫ ਸੀ, ਜਨਰਲ ਵੈਦਿਆ, ਉਹਨੂੰ ਸਿੱਖਾਂ ਨੇ ਜਾ ਕੇ ਪੂਨੇ ਦੇ ਵਿੱਚ ਮਾਰਿਆ। ਸੋ ਇਹ ਜਿਹੜਾ ਬਦਲਾ ਸੀ ਇਹਨਾਂ ਦੋਨਾਂ ਤੋਂ ਲਿਆ। ਲੇਕਿਨ ਇੱਕ ਗੱਲ ਜ਼ਾਹਰ ਹੈ, ਇਹ ਸੰਤ ਪਿੰਡਰਾਂ ਵਾਲਿਆਂ ਦੇ ਹੀ ਬਚਨ ਸਨ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ। ਠੀਕ ਹੈ। ਜਿੱਦਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਖਾਲਿਸਤਾਨ ਦਾ ਸੰਗੇ ਬੁਨਿਆਦ ਰੱਖਿਆ ਜਾਏਗਾ।
ਸੋ ਅਸੀਂ ਸਮਝਦੇ ਹਾਂ ਕਿ ਜੂਨ 84 ਜਿਹੜਾ ਹੈ ਉਹ ਫਾਈਨਲ ਵਾਟਰਸ਼ੈਡ ਸੀ, ਜਿਸ ਤੋਂ ਬਾਅਦ ਖਾਲਿਸਤਾਨ ਦੀ ਤਹਿਰੀਕ ਪੂਰੀ ਹਥਿਆਰਬੰਦ ਤਰੀਕੇ ਨਾਲ ਸ਼ੁਰੂ ਹੋਈ ਔਰ 1984 ਤੋਂ 1995 ਤੱਕ 10-11 ਸਾਲ ਦਾ ਉਹ ਪੀਰੀਅਡ ਹੈ ਜਿਹਦੇ ਚ ਹਜ਼ਾਰਾਂ ਨੌਜਵਾਨ ਪੰਜਾਬ ਦੀ ਧਰਤੀ ਦੇ ਉੱਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ। ਇੱਕ ਅੰਦਾਜ਼ੇ ਮੁਤਾਬਕ, ਕਿਉਂਕਿ ਇਹ ਉਹ ਪੀਰੀਅਡ ਸੀ ਜੋ ਕੁਝ ਹੁਣ ਕਸ਼ਮੀਰ 'ਚ ਕਰ ਰਹੇ ਨੇ, ਨਾ ਐਮਨੈਸਟੀ ਇੰਟਰਨੈਸ਼ਨਲ ਨੂੰ ਜਾਣ ਦੀ ਇਜਾਜ਼ਤ ਹੈ, ਨਾ ਇੰਟਰਨੈਸ਼ਨਲ ਅਬਜ਼ਰਵਰ ਜਾ ਸਕਦੇ ਨੇ। 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ 1984 ਤੋਂ 1995 ਤੱਕ ਪੰਜਾਬ ਦੇ ਵਿੱਚ ਐਲੀਮੀਨੇਟ ਕਰ ਦਿੱਤੇ ਗਏ ਔਰ ਪੂਰੀ ਤਬਾਹੀ। ਔਰ ਇਹ ਉਹੀ ਮੌਕਾ ਸੀ ਜਦੋਂ ਮੈਂ ਉਸ ਧਰਤੀ ਦੇ ਉੱਤੇ ਹੀ ਸੀ ਔਰ ਮੈਂ ਡਿਸਾਈਡ ਕੀਤਾ ਕਿ ਭਾਈ ਇੱਥੇ ਤਾਂ ਉਸ ਜ਼ਮਾਨੇ 'ਚ ਨਾ ਸੋਸ਼ਲ ਮੀਡੀਆ ਸੀ, ਆਵਾਜ਼ ਬਿਲਕੁਲ ਖਤਮ ਕੀਤੀ ਸੀ, ਪੰਜਾਬ ਨੂੰ ਬਾਕੀ ਦੁਨੀਆ ਤੋਂ ਕੱਢ ਕੀਤਾ ਹੋਇਆ ਸੀ। ਮੈਂ 80s ਦੇ ਅਖੀਰ 'ਚ ਅਮਰੀਕਾ ਆਉਣ ਦਾ ਫੈਸਲਾ ਕੀਤਾ। ਪੰਜਾਬ 'ਚ ਸਾਡੀ ਹਥਿਆਰਬੰਦ ਸਟਰਗਲ ਚੱਲ ਰਹੀ ਸੀ ਔਰ ਅਸੀਂ ਫਿਰ 1991 ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ, ਜਿਹੜਾ ਸਾਡੀਆਂ ਪੰਜਾਬ ਦੀਆਂ ਤਨਜ਼ੀਮਾਂ ਦਾ ਸੈਂਟਰਲ ਆਵਾਜ਼ ਸੀ, ਉਹ ਐਸਟੈਬਲਿਸ਼ ਕੀਤਾ। ਔਰ ਮੈਂ ਆਪਣਾ ਐਕੈਡੈਮਿਕ ਕੈਰੀਅਰ ਵਿੱਚੇ ਛੱਡ ਕੇ ਪਿਛਲੇ 30 ਸਾਲ 31 ਸਾਲ ਤੋਂ ਆਲਮੋਸਟ ਫੁੱਲੀ ਖਾਲਿਸਤਾਨ ਦੀ ਡਾਕਟਰ ਸਾਹਿਬ ਇੱਕ ਸਵਾਲ ਇਹ ਵੇ ਕਿ ਪੰਜਾਬ ਨੂੰ ਕਈਆਂ ਸੂਬਿਆਂ 'ਚ ਤਕਸੀਮ ਕਰ ਦਿੱਤਾ ਗਿਆ ਹੈ। ਇਹ ਇੰਡੀਅਨ ਗਵਰਨਮੈਂਟ ਦੀ ਸਾਜ਼ਿਸ਼ ਸਮਝ ਲਓ ਜਾਂ ਜਿਸ ਤਰ੍ਹਾਂ ਇੰਡੀਅਨ ਆਰਮੀ ਦੀਆਂ ਫੁਰਤੀਆਂ ਸਮਝ ਲਓ। ਜਿਹੜੀ ਇੰਡੀਆ ਦੇ ਡਿਵਾਈਡੇਸ਼ਨ ਹੈ, ਜਿਹੜੇ ਦੂਸਰੇ ਸੂਬੇ ਨੇ, ਕਿਆ ਤੁਹਾਡੀ ਡਿਮਾਂਡ ਹੈ ਕਿ ਉਹ ਸਾਰਾ ਪੰਜਾਬ ਇਕੱਠ ਹੋਏਗਾ ਜਾਂ ਕਿ ਚੰਦ ਇੱਕ ਪੰਜਾਬ ਦਾ ਜਿਹੜਾ ਹਿੱਸਾ ਹੈ ਉੱਥੇ ਖਾਲਿਸਤਾਨ ਦੀ ਤਹਿਰੀਕ ਹੀ ਜ਼ਿੰਦਾ ਹੈ? ਦੇਖੋ ਸ਼ਾਇਦ ਸਾਹਿਬ ਤੁਹਾਡਾ ਬੜਾ ਐਪਰੋਪ੍ਰੀਏਟ ਸਵਾਲ ਹੈ। ਦੁਨੀਆ ਦੇ ਵਿੱਚ ਟੋਟਲ ਸਿੱਖ ਪੋਪੂਲੇਸ਼ਨ 30 ਮਿਲੀਅਨ ਹੈ, 3 ਕਰੋੜ ਦੇ ਨੇੜੇ ਤੇੜੇ ਹੈ। ਅੱਛਾ, ਠੀਕ ਹੈ। ਜਿਹਦੇ ਚੋਂ 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਵਸਦੇ ਨੇ। ਜਿਵੇਂ 1 ਮਿਲੀਅਨ ਅਮਰੀਕਾ 'ਚ ਨੇ, 1 ਮਿਲੀਅਨ ਕੈਨੇਡਾ 'ਚ ਨੇ, 1 ਮਿਲੀਅਨ ਇੰਗਲੈਂਡ 'ਚ ਨੇ, 2-3 ਲੱਖ ਮਲੇਸ਼ੀਆ 'ਚ ਨੇ ਔਰ ਬਾਕੀ ਦੁਨੀਆ 'ਚ 50,000 ਤੋਂ ਜ਼ਿਆਦਾ ਪਾਕਿਸਤਾਨ 'ਚ ਨੇ। ਸੋ 50 ਲੱਖ ਸਿੱਖ ਤਾਂ ਭਾਰਤ ਤੋਂ ਬਾਹਰ ਹੈ। ਠੀਕ ਹੈ। ਅੱਜ ਪੰਜਾਬ ਹੈ, ਇੰਡੀਅਨ ਆਕੂਪਾਈਡ ਪੰਜਾਬ, ਜਿਹਦੀ ਟੈਰੀਟਰੀ 50,300 ਸਕੁਅਰ ਕਿਲੋਮੀਟਰ ਹੈ। ਇਸ ਖਿੱਤੇ ਦੇ ਵਿੱਚ ਸਿੱਖਾਂ ਦੀ ਆਬਾਦੀ 70% ਹੈ। 70% ਸਿੱਖ ਨੇ, ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ। ਜਿਹੜੇ ਉਹਦੇ ਨਾਲ ਲੱਗਦੇ ਸੂਬੇ ਨੇ, ਜਿਵੇਂ ਹਰਿਆਣੇ ਦੇ ਵਿੱਚ 2 ਮਿਲੀਅਨ ਸਿੱਖ ਨੇ, ਰਾਜਸਥਾਨ ਦੇ ਵਿੱਚ 1 ਮਿਲੀਅਨ 1.5 ਮਿਲੀਅਨ ਹੈ, ਯੂਪੀ ਦੇ ਵਿੱਚ 1 ਮਿਲੀਅਨ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਹੜੇ ਪੰਜਾਬ ਦੇ ਨਾਲ ਲੱਗਦੇ 2-3 ਜ਼ਿਲ੍ਹੇ ਰਾਜਸਥਾਨ ਦੇ ਨੇ, ਗੰਗਾਨਗਰ ਹੈ, ਹਨੂਮਾਨਗੜ੍ਹ ਹੈ, ਜਾਂ ਹਰਿਆਣੇ ਵਿੱਚ ਅੰਬਾਲਾ ਹੈ, ਸਿਰਸਾ ਹੈ, ਇਹ ਸਾਰੇ ਸਾਡੇ ਖਾਲਿਸਤਾਨ ਦਾ ਹਿੱਸਾ ਬਣਨਗੇ। ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਜਿਹੜੇ ਸਿੱਖ ਮੈਜੋਰਿਟੀ ਏਰੀਏ ਨੇ ਔਰ ਉਹਨਾਂ ਦੀ ਲਗਾਤਾਰਤਾ ਹੈ, ਉਹ ਜਿਹੜੇ ਨੇ ਕੰਗਰੂਅਸ ਨੇ, ਪੰਜਾਬ ਦੇ ਨਾਲ ਲੱਗਦੇ ਨੇ ਔਰ ਉਹ ਰਾਜਸਥਾਨ, ਹਰਿਆਣਾ ਔਰ ਹਿਮਾਚਲ ਦੇ ਜਿਹੜੇ ਸਿੱਖ ਇਲਾਕੇ ਨੇ ਉਹ ਉਸ ਖਾਲਿਸਤਾਨ ਦਾ ਹਿੱਸਾ ਹੋਣਗੇ। ਅੱਛਾ, ਤੇ ਡਾਕਟਰ ਸਾਹਿਬ ਇਹ ਦੱਸੋ, ਨਾਜ਼ਰੀਨ ਅੱਜ ਸਾਡੇ ਨਾਲ ਅਮਰੀਕਾ ਤੋਂ ਮੌਜੂਦ ਨੇ ਖਾਲਿਸਤਾਨ ਦੀ ਆਜ਼ਾਦੀ ਦੇ ਮੁਜਾਹਿਦ ਲੀਡਰ। ਆਜ਼ਾਦੀਆਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ, ਆਜ਼ਾਦੀਆਂ ਪਿੱਛੇ 40-40 ਸਾਲ ਦੀ ਜਲਾਵਤਨੀਆਂ ਹੁੰਦੀਆਂ ਨੇ। ਇਹ ਵੀ 30 ਸਾਲ ਤੋਂ ਜ਼ਿਆਦਾ ਜਲਾਵਤਨ ਹੋ ਕੇ ਅਮਰੀਕਾ ਵਿੱਚ ਖਾਲਿਸਤਾਨ ਦੀ ਤਹਿਰੀਕ ਨੂੰ ਜ਼ਿੰਦਾ ਰੱਖੇ ਹੋਏ ਨੇ ਔਰ ਉਹਦੇ ਵਾਸਤੇ ਬੜੀਆਂ ਕੋਸ਼ਿਸ਼ਾਂ ਕਰ ਰਹੇ ਨੇ। ਇਹਨਾਂ ਦੀਆਂ ਸੁੱਚੀਆਂ ਤੇ ਖਰੀਆਂ ਗੱਲਾਂ ਸੁਣ ਕੇ ਸਾਨੂੰ ਆਜ਼ਾਦੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ ਇੱਕ ਬੜੀ ਵੱਡੀ ਨਿਮਤ ਹੈ ਔਰ ਅਸੀਂ ਇਹਨਾਂ ਪੰਜਾਬ ਦੇ ਜਵਾਨਾਂ ਨਾਲ ਸ਼ਾਨਾ ਬਿਸ਼ਾਨਾ ਹੋ ਕੇ ਖੜਾ ਹੋਣਾ ਫਖਰ ਸਮਝਦੇ ਹਾਂ। ਇਸੇ ਵਾਸਤੇ ਹੀ ਅੱਜ ਮੈਂ ਪਾਕਿਸਤਾਨ ਦੇ ਨਾਜ਼ਰੀਨ ਦੇ ਸਾਹਮਣੇ ਡਾਕਟਰ ਅਮਰਜੀਤ ਸਾਹਿਬ ਨੂੰ ਲਿਆਂਦਾ ਹੈ ਔਰ ਮੈਂ ਚਾਹੁੰਦਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਕੋਲ ਗੱਲਾਂ ਸੁਣੀਏ। ਕਸ਼ਮੀਰ ਦੀ ਤਹਿਰੀਕ ਵਿੱਚ ਵੀ ਇਹਨਾਂ ਦਾ ਬੜਾ ਹੱਥ ਹੈ। ਡਾਕਟਰ ਸਾਹਿਬ ਤੁਸੀਂ ਇਹ ਦੱਸੋ ਕਿ ਅਮਰੀਕਾ ਦੇ ਵਿੱਚ ਹੁਣ ਤੁਸੀਂ ਇੱਥੇ ਰਹਿ ਕੇ ਖਾਲਿਸਤਾਨ ਵਾਸਤੇ ਕੀ ਕੁਝ ਕਰ ਰਹੇ ਹੋ? ਕਿਆ ਤੁਸੀਂ ਇਹ ਸਮਝਦੇ ਹੋ ਕਿ ਸਿੱਖਾਂ ਨੂੰ ਉਸੇ ਤਰ੍ਹਾਂ ਜੋਸ਼ ਵਲਵਲਾ ਤੁਸੀਂ ਦੇ ਸਕਦੇ ਹੋ ਇੱਥੇ ਬਹਿ ਕੇ? ਦੇਖੋ, ਜਿਵੇਂ ਮੈਂ ਦੱਸਿਆ ਵੀ 1991 ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਹੁੰਦੀ ਹੈ। 1994 ਦੇ ਵਿੱਚ ਅਸੀਂ ਆਪਣਾ ਆਫਿਸ ਖਾਲਿਸਤਾਨ ਅਫੇਅਰ ਸੈਂਟਰ ਦਾ
ਨੈਸ਼ਨਲ ਪ੍ਰੈਸ ਬਿਲਡਿੰਗ ਵਾਸ਼ਿੰਗਟਨ ਡੀਸੀ ਦੇ ਵਿੱਚ ਐਸਟੈਬਲਿਸ਼ ਕਰਦੇ ਹਾਂ, ਜਿਹੜਾ ਪਿਛਲੇ 26 ਸਾਲ ਤੋਂ ਲਗਾਤਾਰਤਾ ਨਾਲ, ਜਿੱਥੇ ਅਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਓਪੀਨੀਅਨ ਮੇਕਰ, ਲਾ ਮੇਕਰ, ਡਿਸੀਜਨ ਮੇਕਰਸ ਉਹਨਾਂ ਦੇ ਨਾਲ ਲੌਬੀ ਕਰਦੇ ਹਾਂ, ਉੱਥੇ ਅਸੀਂ ਮੀਡੀਆ ਰਾਹੀਂ ਵੀ ਔਰ ਟੀਵੀ 84 ਜਿਹਦਾ ਕਾਫੀ ਵੱਡਾ ਦਾਇਰਾਕਾਰ ਅੱਜਕੱਲ ਸਾਡੇ ਪਾਕਿਸਤਾਨੀ ਵੀਰ ਭੈਣ ਉਸਦੇ ਜਿਹੜੇ ਨੇ ਉਹ ਨਾਜ਼ਰੀਨ ਹੁੰਦੇ ਨੇ, ਵਿਊਅਰ ਨੇ, ਉਹ ਵੀ ਅਸੀਂ ਨਿਊਯਾਰਕ ਤੋਂ ਪਿਛਲੇ 8 ਸਾਲ ਤੋਂ ਲਗਾਤਾਰਤਾ ਨਾਲ ਚਲਾ ਰਹੇ ਹਾਂ। ਔਰ ਮੈਂ ਦੱਸ ਰਿਹਾ ਕਿ ਵੀ ਸਾਡਾ ਜਿਹੜਾ ਲੌਬੀ ਦਾ ਢੰਗ ਹੈ, ਇੱਕ ਆਪਣੀ ਕਮਿਊਨਿਟੀ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ, ਅਵੇਅਰਨੈਸ ਪੈਦਾ ਕਰਨਾ। ਦੂਸਰਾ, ਜਿਹੜੀਆਂ ਦੂਸਰੀਆਂ ਤਨਜ਼ੀਮਾਂ ਨੇ ਆਜ਼ਾਦੀ ਦੀਆਂ, ਜਿਵੇਂ ਕਸ਼ਮੀਰੀਆਂ ਦੇ ਨਾਲ ਪਿਛਲੇ 30-31 ਸਾਲ ਤੋਂ ਅਸੀਂ ਲਗਾਤਾਰਤਾ ਨਾਲ ਹਰ ਉਹਨਾਂ ਦੇ ਜਿਹੜਾ ਲੌਬਿੰਗ ਐਫਰਟ ਹੈ ਉਹਦਾ ਵੀ ਹਿੱਸਾ ਬਣਦੇ ਹੈ, ਪ੍ਰੋਟੈਸਟ ਦਾ ਵੀ ਹਿੱਸਾ ਬਣਦੇ ਹੈ। ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਦਲਿਤ ਜਾਂ ਸ਼ੂਦਰ ਕਹਿ ਕੇ ਡਾਊਨ ਟ੍ਰੋਡਨ ਲੋਕਾਂ ਨੂੰ ਨਕਾਰਿਆ ਹੋਇਆ, ਉਹਨਾਂ ਨੂੰ ਵੀ ਨਾਲ ਰੱਖਣਾ। ਔਰ ਇਹਦੇ ਨਾਲ ਨਾਲ ਮੈਂ ਦੱਸ ਦਿਆਂ ਕਿ ਇਸ ਵੇਲੇ ਅਮਰੀਕਨ ਕਾਂਗਰਸ ਦੇ ਵਿੱਚ US ਕਾਂਗਰੈਸ਼ਨਲ ਸਿੱਖ ਕਾਕਸ ਹੈ, ਜਿਹਦੇ 50 ਤੋਂ ਜ਼ਿਆਦਾ ਕਾਂਗਰਸਮੈਨ ਉਹਦੇ ਮੈਂਬਰ ਨੇ। ਸੋ ਜ਼ਾਹਿਰ ਹੈ ਸਾਨੂੰ ਵੀ ਪਤਾ ਹੈ ਕਿ ਜਦੋਂ ਅਸੀਂ ਫਾਈਨਲ ਸਟੇਜ ਤੇ ਆਣਾ ਖਾਲਿਸਤਾਨ ਲਿਬਰੇਟ ਕਰਵਾਉਣ ਦੀ, ਤੇ ਸਾਨੂੰ ਰੈਕਗਨੀਸ਼ਨ ਦੀ ਲੋੜ ਹੋਏਗੀ। ਔਰ ਇਹ ਸਾਡੀ US ਕਾਂਗਰੈਸ਼ਨਲ ਸਿੱਖ ਕਾਕਸ ਜਿਹੜੀ 5 ਸਾਲ ਪਹਿਲਾਂ ਹੋਂਦ ਦੇ ਵਿੱਚ ਆਈ, ਇਹ ਸਾਡੀ ਪਾਵਰਫੁਲ ਬਾਡੀ ਹੈ। ਇਹਦੇ ਨਾਲ ਬਹੁਤ ਸਾਰੀਆਂ ਸਟੇਟਾਂ ਨੇ, ਜਿਵੇਂ ਨਿਊ ਜਰਸੀ, ਕਨੈਟੀਕਟ, ਪੈਨਸਿਲਵੇਨੀਆ, ਕੈਲੀਫੋਰਨੀਆ, ਇਹਨਾਂ ਨੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਤਸੱਵਰ ਕੀਤਾ, ਸਿੱਖਾਂ ਦੀ ਅਲੱਗ ਐਥਨੀਸਿਟੀ ਨੂੰ ਰੈਕਗਨਾਈਜ਼ ਕੀਤਾ। ਸੋ ਇਹ ਸਾਡੇ ਤੌਰ ਤਰੀਕੇ ਨੇ। ਪੰਜਾਬ ਤੱਕ ਪਹੁੰਚਣ ਦੇ ਲਈ ਸਾਡੀ ਕੋਸ਼ਿਸ਼ ਜਿਹੜੀ ਸੋਸ਼ਲ ਮੀਡੀਆ ਰਾਹੀਂ ਰਹੀ ਹੈ, ਪਰ ਹੁਣ ਇਸ ਜੂਨ ਮਹੀਨੇ 'ਚ, ਪਿਛਲੇ ਮਹੀਨੇ, ਭਾਰਤ ਸਰਕਾਰ ਨੇ ਸਾਡਾ ਟੀਵੀ 84 ਚੈਨਲ ਜਿਹੜਾ ਪੰਜਾਬ ਦੇ ਵਿੱਚ ਸੀ, ਉਹਨੂੰ ਉਹਨਾਂ ਨੇ ਬਲੌਕ ਕਰ ਦਿੱਤਾ ਹੈ, ਬੰਦ ਕਰ ਦਿੱਤਾ ਹੈ। ਪਰ ਡਾਕਟਰ ਸਾਹਿਬ ਮੈਂ ਇਸ ਚੀਜ਼ ਦਾ ਚਸ਼ਮਦੀਦ ਗਵਾਹ ਹਾਂ, ਬਲਕਿ ਇੱਕ ਦਿਨ ਦਾ ਮੈਂ ਇਸ ਤਰ੍ਹਾਂ ਵੀ ਗਵਾਹ ਹਾਂ ਕਿ ਅਸੀਂ ਜਦੋਂ ਕਸ਼ਮੀਰ ਵਾਸਤੇ ਇੱਕ ਸਟ੍ਰਾਈਕ ਕਰ ਰਿਹਾ ਸਾਂ ਯੂਨਾਈਟਿਡ ਨੇਸ਼ਨ ਦੇ ਸਾਹਮਣੇ, ਸਾਡੇ ਨਾਲੋਂ ਤੁਹਾਡੀ ਤਾਦਾਦ ਕਸ਼ਮੀਰ ਵਾਸਤੇ ਜ਼ਿਆਦਾ ਸੀ। ਅਸੀਂ ਬੜੀ ਤੁਹਾਡੇ ਸ਼ੁਕਰਗੁਜ਼ਾਰ ਹਾਂ। ਔਰ ਰਹਿ ਗਈ ਨਸ਼ਰੀਆਤ ਬੰਦ ਕਰਨੇ ਦੀ, ਤੁਸੀਂ 72 ਚੈਨਲ ਜਾਂ ਪਾਕਿਸਤਾਨ ਦਾ ਸੋਸ਼ਲ ਮੀਡੀਆ ਜਿਹੜਾ, ਅਸੀਂ ਤੁਹਾਡੇ ਸ਼ਾਨਾ ਬਸ਼ਾਨਾ ਹੋ ਕੇ ਤੁਹਾਡੀ ਆਵਾਜ਼ ਨੂੰ ਫੈਲਾਵਾਂਗੇ ਵੀ ਔਰ ਦੁਨੀਆ ਤੱਕ ਪਹੁੰਚਾਵਾਂਗੇ ਵੀ। ਔਰ ਸਾਡੀ ਇਹ ਖਾਹਿਸ਼ ਹੈ ਕਿ ਤੁਹਾਡੀ ਲੀਡਰਸ਼ਿਪ ਜਿਹੜੀ ਆਜ਼ਾਦੀ ਦੀ ਹੈ, ਔਰ ਸਾਡੀ ਜ਼ਿੰਦਗੀ ਦੇ ਵਿੱਚ ਖਾਲਿਸਤਾਨ ਵੀ ਬਣੇ ਤੇ ਕਸ਼ਮੀਰ ਵੀ ਆਜ਼ਾਦ ਹੋਵੇ। ਦੇਖੋ, ਤੁਹਾਡੀ ਨਵਾਜ਼ਿਸ਼, ਮੈਂ ਸਮਝਦਾ ਹਾਂ ਵੀ ਜਿਹੜਾ ਸਾਡਾ ਕਸ਼ਮੀਰੀਆਂ ਦੇ ਨਾਲ ਖਲੋਣਾ ਕੋਈ ਅਹਿਸਾਨ ਨਹੀਂ ਹੈ, ਇਹ ਫਰਜ਼ ਹੈ। ਕਿਉਂਕਿ ਅੰਗਰੇਜ਼ੀ ਦੇ 2 ਲਫ਼ਜ਼ ਹੁੰਦੇ ਨੇ, ਇੱਕ ਹੈ ਸਿੰਪੈਥੀ, ਇੱਕ ਹੈ ਐਮਪੈਥੀ। ਸੋ ਐਮਪੈਥੀ ਹੁੰਦਾ ਹੈ ਕਿ ਕਿਉਂਕਿ ਤੁਸੀਂ ਜਿਹਦੇ ਚੋਂ ਖੁਦ ਗੁਜ਼ਰੇ ਹੁੰਦੇ ਹੋ, ਤੁਸੀਂ ਉਸ ਪੀੜ ਨੂੰ ਸਮਝ ਸਕਦੇ ਹੋ। ਕਿਉਂਕਿ ਪੰਜਾਬ 'ਚ ਅਸੀਂ ਸਿੱਖ ਨਸਲਕੁਸ਼ੀ 84 ਤੋਂ 95 ਤੱਕ ਦੇਖਿਆ ਕਿ ਕਿਵੇਂ ਇੱਕ ਜਨਰੇਸ਼ਨ ਉਹਨਾਂ ਨੇ ਮਾਰ ਮੁਕਾਈ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਡਰੱਗਸ ਲਿਆ ਕੇ ਦੂਸਰੀ ਜਨਰੇਸ਼ਨ ਨੂੰ ਨਸ਼ਈ ਬਣਾ ਦਿੱਤਾ ਹੈ। ਤੀਸਰੀ ਜਨਰੇਸ਼ਨ ਨੂੰ ਮਾਰਨ ਦੇ ਲਈ ਹੁਣ ਫੇਰ ਪੰਜਾਬ ਦੇ ਵਿੱਚ ਉਹ ਕੁਝ ਚੱਲ ਰਿਹਾ, ਔਰ ਕਸ਼ਮੀਰ ਦੇ ਵਿੱਚ ਉਹੀ ਐਕਸਪੈਰੀਮੈਂਟ ਦੁਹਰਾਇਆ ਜਾ ਰਿਹਾ ਹੈ। ਜਿਵੇਂ ਪੈਲਟ ਗਨਸ ਨਾਲ ਹਜ਼ਾਰਾਂ ਕਸ਼ਮੀਰੀ ਬੱਚੇ ਬੱਚੀਆਂ ਨਾਬੀਨੇ ਬਣਾਏ ਗਏ, ਔਰ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਕੇ, ਜਿਵੇਂ ਕਸ਼ਮੀਰ ਚੋਂ ਆਰਟੀਕਲ 370 ਖਤਮ ਕਰਕੇ ਮਿਲੀਅਨ ਫੌਜ ਰੱਖ ਕੇ ਇਸ ਵੇਲੇ ਉੱਥੇ ਨੌਜਵਾਨਾਂ ਦੀ ਨਸਲਕੁਸ਼ੀ ਹੋ ਰਹੀ ਹੈ। ਸੋ ਮੈਂ ਸਮਝਦਾ ਹਾਂ ਵੀ ਸਾਡਾ ਦੁਸ਼ਮਣ ਵੀ ਇੱਕ ਹੈ, ਸਾਡੀਆਂ ਦੋਨਾਂ ਕੌਮਾਂ ਦੀ ਮੰਜ਼ਿਲ ਵੀ ਆਜ਼ਾਦੀ ਹੈ, ਔਰ ਅਸੀਂ ਹਮਰਾਹ ਹੈ। ਇਸ ਲਈ ਜਦੋਂ ਮੈਂ ਕਸ਼ਮੀਰੀਆਂ ਦੇ ਲਈ ਆਵਾਜ਼ ਚੁੱਕਦਾ ਜਾਂ ਅਸੀਂ ਸਿੱਖ ਨਾਲ ਖਲੋਂਦੇ, ਮੈਨੂੰ ਕੋਈ ਇਹ ਨਹੀਂ ਲੱਗਦਾ ਅਸੀਂ ਅਹਿਸਾਨ ਕਰ ਰਹੇ ਹਾਂ। ਮੈਨੂੰ ਲੱਗਦਾ ਹੈ ਵੀ ਅਸੀਂ ਦੋਨੋਂ ਤਨਜ਼ੀਮਾਂ ਆਜ਼ਾਦੀ ਦੀਆਂ ਇੱਕ ਉਸ ਹਮਰਾਹ ਬਣ ਕੇ ਆਪਣੇ ਰਸਤੇ ਨੂੰ ਵੀ ਸੌਖਾ ਕਰ ਰਹੇ ਹਾਂ, ਔਰ ਆਪਣੇ ਦੁਸ਼ਮਣ ਨੂੰ ਵੀ ਸੁਨੇਹਾ ਦੇ ਰਹੇ ਹਾਂ ਕਿ ਭਾਈ ਅਸੀਂ ਯਕਜਹਤੀ ਦੇ ਨਾਲ ਹੁਣ ਇੱਕ ਦੂਜੇ ਦੇ ਨਾਲ ਖਲੋਤੇ ਹਾਂ, ਔਰ ਅਲਟੀਮੇਟਲੀ ਅਸੀਂ ਭਾਰਤੀ ਕਬਜ਼ੇ ਤੋਂ ਆਪਣੇ ਆਪ ਨੂੰ ਆਜ਼ਾਦ ਕਰਵਾਉਣਾ। ਅੱਛਾ ਡਾਕਟਰ ਸਾਹਿਬ, ਇੱਕ ਖਾਲਿਸਤਾਨ ਤੇ ਕਸ਼ਮੀਰ ਤੋਂ ਹਟ ਕੇ ਥੋੜਾ ਜਿਹਾ ਰਿਲੇਟਡ ਸਵਾਲ ਹੈ ਕਿ ਇਹ ਜਿਹੜਾ ਚਾਈਨਾ ਵਾਲਾ ਤੇ ਇੰਡੀਆ ਵਾਲਾ ਹੁਣ ਮਸਲਾ ਬਣਿਆ ਹੈ, ਕਿਆ ਇਸ ਮਸਲੇ ਦੀ ਵਜ੍ਹਾ ਨਾਲ ਇੰਡੀਆ ਕੁਝ ਥੋੜਾ ਜਿਹਾ ਤੁਹਾਨੂੰ ਕਮਜ਼ੋਰ ਨਹੀਂ ਨਜ਼ਰ ਆ ਰਿਹਾ, ਔਰ ਤੁਹਾਡੀ ਤਹਿਰੀਕ ਜਿਹੜੀ ਹੈ ਉਹਨੂੰ ਖਾਮੋਸ਼ੀ
हल नहीं चली गई? ਦੇਖੋ ਸ਼ਾਇਦ ਸਾਹਿਬ ਇਹ ਹੈ, ਮੈਂ ਸਮਝਦਾ ਹਾਂ ਵੀ ਭਾਰਤ ਨੂੰ ਜਿਸ ਕਿਸਮ ਦਾ ਤਮਾਚਾ ਚਪੇੜ ਚੀਨ ਨੇ ਮਾਰੀ ਹੈ, ਇਹ ਬੜੀ ਡਿਜ਼ਾਇਰਡ ਸੀ। ਬਾੜ ਦੇ ਵਿੱਚ ਚੀਨ ਨੇ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾਈ ਸੀ, ਔਰ ਹੁਣ ਇਸ ਪੀਰੀਅਡ 'ਚ ਇਹ ਬਗਾਨੀ ਸ਼ਹਿ ਦੇ ਉੱਤੇ ਅਮਰੀਕਾ ਦੀ ਪੁਸ਼ਤਪਨਾਹੀ ਦੇ ਥੱਲੇ ਔਰ ਚੇਂਜਡ ਵਰਲਡ ਆਰਡਰ ਔਰ ਸੋਵੀਅਤ ਯੂਨੀਅਨ 'ਚੋਂ ਨਿਕਲ ਕੇ ਅਮਰੀਕਾ ਦੀ ਕੱਛ 'ਚ ਵੜ ਗਏ ਸੀ। ਔਰ ਇਹ ਸਮਝਦੇ ਸੀ ਕਿ ਇਹ ਚਾਈਨਾ ਦੇ ਖਿਲਾਫ ਅਮਰੀਕਾ ਦੀ ਪ੍ਰੌਕਸੀ ਵਾਰ ਵੀ, ਔਰ ਜਿਵੇਂ ਇਹ ਪਾਕਿਸਤਾਨ ਨੂੰ ਅੱਖਾਂ ਦਿਖਾ ਰਹੇ ਸੀ, ਜਿਵੇਂ ਪੁਲਵਾਮਾ ਹਮਲਾ ਜਿਹੜਾ ਇਹਨਾਂ ਦੀਆਂ ਏਜੰਸੀਆਂ ਨੇ ਕਰਵਾਇਆ, ਉਹਨਾਂ ਦੀ ਆੜ 'ਚ ਇਹਨਾਂ ਨੇ ਸਰਜੀਕਲ ਸਟ੍ਰਾਈਕ ਜੋ ਬਾਲਾਕੋਟ 'ਚ ਕਰਕੇ ਜਿਵੇਂ ਉਹਨਾਂ ਚੋਣਾਂ ਦੇ ਵਿੱਚ ਫਾਇਦਾ ਚੁੱਕਿਆ। ਸੋ ਮੈਂ ਸਮਝਦਾ ਵੀ ਇਹ ਵੈਰੀ ਟਾਈਮਲੀ ਐਂਡ ਮਚ ਨੀਡਡ ਜਿਹੜਾ ਇਹਨਾਂ ਨੂੰ ਸਬਕ ਮਿਲਿਆ, ਔਰ ਇਹਦਾ ਬਹੁਤ ਸਾਰਾ ਡੂੰਘਾ ਸੰਬੰਧ ਕਸ਼ਮੀਰ ਦੇ ਵਿੱਚ ਜੋ ਇਹਨਾਂ ਨੇ 5 ਅਗਸਤ 2019 ਨੂੰ ਕੀਤਾ ਉਹਦੇ ਨਾਲ ਵੀ ਜੁੜਦਾ ਹੈ, ਕਿਉਂਕਿ ਇਹਨਾਂ ਨੇ ਜੰਮੂ ਕਸ਼ਮੀਰ ਦੀ ਸਟੇਟ ਨੂੰ ਹੀ ਅਬੋਲਿਸ਼ ਕਰਕੇ ਲੱਦਾਖ ਦਾ ਖਿੱਤਾ ਜਿਹੜਾ ਹੈ ਉਹਨੂੰ ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ। ਤੇ ਜਿਹੜਾ ਨਕਸ਼ਾ ਜਾਰੀ ਕੀਤਾ ਉਹਦੇ 'ਚ ਉਹਨਾਂ ਨੇ ਅਕਸਾਈ ਚਿੰਨ ਜਿਹੜਾ ਚੀਨ ਦੇ ਕਬਜ਼ੇ 'ਚ ਹੈ ਵੀ ਜਿਹੜਾ ਇੰਡੀਆ ਦਾ ਹਿੱਸਾ ਦੱਸਿਆ, ਔਰ ਜ਼ਾਹਿਰ ਹੈ ਕਿ ਚੀਨ ਨੇ ਇਹਨੂੰ ਬਿਲਕੁਲ ਉਵੇਂ ਹੀ ਸਮਝਿਆ। ਔਰ ਇਹ ਗੱਲ ਈਵਨ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਕਹੀ ਕਿ ਅਸੀਂ ਗਿਲਗਿਤ ਬਲਟਿਸਤਾਨ ਔਰ ਇਹਨੂੰ ਵੀ ਆਜ਼ਾਦ ਕਰਵਾਵਾਂਗੇ, ਅਸੀਂ ਅਕਸਾਈ ਚਿੰਨ ਵੀ ਲਵਾਂਗੇ। ਸੋ ਚੀਨ ਨੇ ਇਹ ਸਮਝਿਆ, ਔਰ ਇਹ ਉਹਦੀ ਅਮਿਤ ਸ਼ਾਹ ਦੀ ਸਪੀਚ ਇੱਕਦਮ ਕਸ਼ਮੀਰ ਦਾ ਦਰਜਾ ਖਤਮ ਕਰਨ ਤੋਂ ਬਾਅਦ ਸੀ। ਚੀਨ ਨੂੰ ਇਹ ਸਮਝ ਆਈ, ਕਿਉਂਕਿ ਤੁਸੀਂ ਜੇ ਉਸ ਖਿੱਤੇ ਦਾ ਜੁਗਰਾਫੀਆ ਦੇਖੋ ਤੇ ਉਹੀ ਹੈ ਜਿੱਥੋਂ ਕਿ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਸ਼ੁਰੂਆਤ ਹੁੰਦੀ ਹੈ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਜਿੱਤੇ ਥੱਲੇ ਚਾਈਨਾ ਨੇ $380 ਬਿਲੀਅਨ ਕਮਿਟ ਕੀਤੇ ਹੋਏ ਨੇ, ਔਰ ਇਹ ਸਾਰੇ ਜਿਹਦੇ ਥੱਲੇ ਚਾਈਨਾ ਆਪਣਾ ਬਿਜ਼ਨਸ ਦੁਨੀਆ ਦੇ ਵਿੱਚ 134 ਦੇਸ਼ ਇਸ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਨੇ, ਔਰ ਇੰਡੀਆ ਨੇ ਨਾਲ ਦੀ ਨਾਲ ਇਨਫਰਾਸਟ੍ਰਕਚਰ ਬਣਾਉਣਾ ਸ਼ੁਰੂ ਕੀਤਾ ਹੈ ਬਿਲਕੁਲ ਉਸ DBR ਰੋਡ ਦੇ ਨਾਲ ਜਿਹੜਾ ਕੋਰਾਕਰਮ ਦੇ ਬਿਲਕੁਲ ਫੁੱਟ ਦੇ ਵਿੱਚ ਜਾ ਕੇ ਰੁਕਦਾ ਸੀ। ਸੋ ਮੈਂ ਸਮਝਦਾ ਵੀ ਕਸ਼ਮੀਰੀਆਂ ਨੂੰ ਇਸ ਗੱਲ ਦੀ ਹੋਪ ਹੋਈ ਹੈ ਰਾਦਰ ਕਿ ਚੀਨ ਦੇ ਐਗਰੈਸਿਵ ਹੋਣ ਨਾਲ ਜਿੱਥੇ ਉਹਨਾਂ ਨੂੰ ਲੱਗਦਾ ਕਿ ਜੇ ਭਾਰਤ ਅੱਗੇ ਵਧਿਆ ਉਹਦੇ ਚੋਂ ਕਸ਼ਮੀਰ ਦੀ ਆਜ਼ਾਦੀ ਨਿਕਲੇਗੀ, ਸਿੱਖ ਫੈਕਟਰ ਵੀ, ਔਰ ਅਸੀਂ ਪਹੁੰਚ ਵੀ ਕਰ ਰਹੇ ਹਾਂ ਚਾਈਨਾ ਦੇ ਅੱਡ ਜਿਹੜੇ ਸਫਾਰਤਖਾਨੇ ਨੇ ਕਿ ਭਾਈ ਸਾਡੇ ਨਾਲ ਵੀ ਤੁਹਾਡਾ ਇੱਕ ਸਬੰਧ ਰਿਹਾ ਹੈ। 1842 ਦੇ ਵਿੱਚ ਜਦੋਂ ਸਿੱਖ ਰਾਜ ਐਂਪਰਰ ਆਫ ਚਾਈਨਾ ਔਰ ਦਲਾਈ ਲਾਮਾ ਆਫ ਤਿੱਬਤ ਦੀ ਟ੍ਰੀਟੀ ਹੋਈ ਸੀ, ਇਸ ਗੱਲ ਦਾ ਧਿਆਨ ਰਹੇ ਲੱਦਾਖ ਔਰ ਇਹ ਖਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਲਾਹੌਰ ਦਰਬਾਰ ਦਾ ਹਿੱਸਾ ਸੀ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਸਿੱਖ ਫੈਕਟਰ ਇੰਡੀਆ ਦੇ ਨਾਲ ਨਹੀਂ ਹੈ, ਅਸੀਂ ਆਪਣੀ ਆਜ਼ਾਦੀ ਚਾਹੁੰਦੇ ਹਾਂ। ਜੇ ਇੰਡੀਆ ਦਲਾਈ ਲਾਮੇ ਨੂੰ ਉੱਥੇ ਬਿਠਾ ਕੇ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਤਿੱਬਤ ਦੀ ਮੁਹਿੰਮ ਚਲਾ ਸਕਦਾ ਹੈ, ਤੇ ਚੀਨ ਤੇ ਪਾਕਿਸਤਾਨ ਕਿਉਂ ਨਹੀਂ ਖਾਲਿਸਤਾਨ ਦੀ ਤਹਿਰੀਕ ਨੂੰ ਮਾਨਤਾ ਦੇ ਕੇ ਬਰਾਬਰ ਖਾਲਿਸਤਾਨ ਦੀ ਗਵਰਨਮੈਂਟ ਇਨ ਐਗਜ਼ਾਈਲ ਐਸਟੈਬਲਿਸ਼ ਕਰ ਸਕਦੇ। ਸੋ ਅਸੀਂ ਚਾਈਨਾ ਦਾ ਇਹ ਜਿਹੜਾ ਸਟੈਪ ਹੈ ਸਮਝਦੇ ਹਾਂ ਕਿ ਇਹ ਸਾਡੀ ਤਹਿਰੀਕ ਨੂੰ ਅੱਗੇ ਲਿਜਾਣ ਦੇ ਲਈ ਜਿਹੜਾ ਬਹੁਤ ਮਦਦਗਾਰ ਸਾਬਤ ਹੋਏਗਾ। ਅੱਛਾ ਡਾਕਟਰ ਸਾਹਿਬ, ਇੱਕ ਸਵਾਲ ਇਹ ਵੇ ਕਿ ਤੁਸੀਂ ਸਮਝਦੇ ਹੋ ਕਿ ਕਰਤਾਰਪੁਰ ਦੀ ਰਾਹਦਾਰੀ ਖੋਲ ਕੇ ਪਾਕਿਸਤਾਨੀ ਗਵਰਨਮੈਂਟ ਨੇ ਤੇ ਪਾਕਿਸਤਾਨੀ ਆਵਾਮ ਨੇ ਸਿੱਖਾਂ ਲਈ ਆਪਣਾ ਦਿਲ ਦੇ ਦਰਵਾਜ਼ੇ ਖੋਲ ਦਿੱਤੇ ਨੇ? ਕਿਆ ਤੁਸੀਂ ਇਹ ਫੀਲ ਕਰਦੇ ਹੋ ਕਿ ਪਾਕਿਸਤਾਨੀ ਜਿਹੜੇ ਨੇ ਉਹ ਸਿੱਖਾਂ ਵਾਸਤੇ ਬੜਾ ਨਰਮ ਤੇ ਭਾਈਚਾਰੇ ਦਾ ਰਵੱਈਆ ਰੱਖਦੇ ਨੇ, ਬਲਕਿ ਇਹ ਸਮਝੋ ਕਿ ਪਾਕਿਸਤਾਨ ਦਾ ਪੰਜਾਬ ਜਿਹੜਾ ਹੈ ਉਹ ਇੰਡੀਆ ਦੇ ਪੰਜਾਬ ਨੂੰ ਆਪਣੇ ਹੀ ਪੰਜਾਬ ਸਮਝਦਾ ਹੈ? ਦੇਖੋ ਤੁਸੀਂ ਬਹੁਤ ਹੀ ਪਿਆਰੇ ਅੰਦਾਜ਼ ਦੇ ਵਿੱਚ ਇਹ ਸਵਾਲ ਕੀਤਾ ਹੈ। ਮੈਂ ਸਭ ਤੋਂ ਪਹਿਲਾਂ ਤਾਂ ਪਾਕਿਸਤਾਨੀ ਹਕੂਮਤ, ਪਾਕਿਸਤਾਨੀ ਫੌਜ ਔਰ ਪਾਕਿਸਤਾਨੀ ਆਵਾਮ ਇਹਨਾਂ ਸਭ ਦਾ ਸ਼ੁਕਰਗੁਜ਼ਾਰ ਹੈ ਕਿ ਜਿਹੜੀ 72 ਸਾਲ ਤੋਂ ਸਿੱਖ ਅਰਦਾਸ ਕਰਦੇ ਸਨ, ਦੁਆ ਕਰਦੇ ਸਨ ਕਿ ਸਾਨੂੰ ਪਾਕਿਸਤਾਨ ਆਪਣੇ ਮੱਕਾ ਔਰ ਮਦੀਨਾ, ਨਨਕਾਣਾ ਸਾਹਿਬ ਬਾਬਾ ਨਾਨਕ ਦੀ ਪੈਦਾਇਸ਼ ਦੀ ਥਾਂ ਹੈ, ਸਾਡਾ ਮੱਕਾ ਹੈ, ਔਰ ਕਰਤਾਰਪੁਰ ਸਾਹਿਬ ਉਹ ਮੁਕਾਮ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 18 ਸਾਲ ਗੁਜ਼ਾਰੇ। ਉਸ ਥਾਂ ਤੇ ਉਹਨਾਂ ਨੇ ਖੇਤੀਬਾੜੀ ਕੀਤੀ ਔਰ ਉੱਥੋਂ ਹੀ ਜਿਹੜਾ ਅੱਜ ਵੀ ਉੱਥੇ ਆਰਾਮ ਫਰਮਾ ਰਹੇ ਨੇ। ਔਰ ਇਹ ਉਹ ਦੋਵੇਂ ਹੀ ਸਾਡਾ ਮੱਕਾ ਔਰ ਮਦੀਨਾ ਜਿਹੜੇ ਸਾਡੇ ਤੋਂ ਵਿਛੜੇ ਸਨ,
मैं समझदा कि इमरान खान साहब, जनरल बाजवा और पाकिस्तान दे अवाम इन्हां ने सिख इतिहास दे विच अपनी एक थां बना लई है कि इन्हां ने वो कर दिखाया जिहड़ा नामुमकिन लगदा सी, क्योंकि भारत दी हुकूमत ने मोदी दी कमांड थल्ले हर कोशिश की रुकावट पाण दी, जिवें उन्हां ने शर्तां ते शर्तां रखियां। पर जे 2018 च इमरान खान होरां ने आके ਕਿਹਾ ਸੀ ਕਿ 10 ਮਹੀਨੇ ਦੇ ਵਿੱਚ ਅਸੀਂ ਇਹਨੂੰ ਮੁਕੰਮਲ ਕਰਾਂਗੇ ਤੇ 550 ਸਾਲਾ ਗੁਰੂ ਨਾਨਕ ਸਾਹਿਬ ਦੇ ਬਰਥ ਦੇ ਮੌਕੇ 2019 ਨਵੰਬਰ ਦੇ ਵਿੱਚ ਕਰਤਾਰਪੁਰ ਦੀ ਰਾਹਦਾਰੀ ਨੂੰ ਖੋਲਿਆ ਗਿਆ ਔਰ 800 ਏਕੜ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਕਰਤਾਰਪੁਰ ਸਾਹਿਬ ਬਣਾ ਕੇ ਉਹਨਾਂ ਨੇ ਸਿੱਖ ਕੌਮ ਨੂੰ ਭੇਟ ਕੀਤਾ। ਮੈਂ ਸਮਝਦਾ ਹਾਂ ਵੀ ਇਹਨੇ ਦੋਨਾਂ ਪੰਜਾਬਾਂ ਦੇ ਵਿੱਚ ਜਿਹੜਾ ਇੱਕ ਮੁਹੱਬਤ ਔਰ ਜਿਹੜਾ ਸਾਡਾ ਮੈਂ ਸਮਝਦਾ ਵੀ ਜਿਹੜੀ ਤਹਿਜ਼ੀਬ ਹੁੰਦੀ ਹੈ ਉਹ ਸੈਂਕੜਿਆਂ ਸਾਲ ਨਹੀਂ ਹਜ਼ਾਰਾਂ ਸਾਲ ਉਹਦੀ ਇਤਿਹਾਸ ਹੁੰਦਾ ਹੈ। ਅਸੀਂ ਉਸੇ ਧਰਤੀ ਦੇ ਵਾਸੀ ਹੈ। ਉਹੀ ਸਾਡੀ ਜ਼ਬਾਨ, ਉਹੀ ਮਿਠਾਸ, ਉਹੀ ਬਹਾਦਰੀ, ਉਹੀ ਗਿਲੇ ਸ਼ਿਕਵੇ, ਉਹੀ ਲੱਤਾਂ ਖਿੱਚਣ ਦੀ ਆਦਤ, ਉਹ ਸਾਰਾ ਕੁਝ ਠੀਕ ਹੈ। ਅੱਛਾ ਡਾਕਟਰ ਸਾਹਿਬ, ਮੈਂ ਉੱਥੇ ਵੀ ਇਹ ਬਾਜਵੇ ਵੀ ਉੱਥੇ ਹੈ ਨੇ ਇੰਡੀਆ ਵਿੱਚ, ਚੀਮੇ ਵੀ ਹੈ ਨੇ, ਚੱਠੇ ਵੀ ਹੈ ਨੇ, ਤੁਸੀਂ ਰਾਂਝਾ ਵੀ ਕੋਈ ਉੱਥੇ ਹੈ? ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਦੱਸ ਦਿਆਂ, ਤੁਸੀਂ ਹੀਰ ਵਾਰਿਸ ਸ਼ਾਹ ਦੀ ਗੱਲ ਕੀਤੀ ਹੈ, ਰਾਂਝਾ ਯਾਦ ਕਰਵਾ ਦਿੱਤਾ ਹੈ। ਬਹੁਤ ਵਾਰ ਜਦੋਂ ਅੱਡ ਤਹਿਜ਼ੀਬ ਦੀ ਗੱਲ ਹੁੰਦੀ ਹੈ, ਹੁਣ ਵਾਰਿਸ ਸ਼ਾਹ, ਮੀਆਂ ਵਾਰਿਸ ਸ਼ਾਹ ਜਿਨ੍ਹਾਂ ਨੇ ਹੀਰ ਲਿਖੀ, ਉਹ 1722 ਚ ਪੈਦਾ ਹੁੰਦੇ ਨੇ ਤੇ 1798 ਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਨੇ। ਉਹ ਜੰਡਿਆਲਾ ਸ਼ੇਰ ਖਾਨ ਚ ਪੈਦਾ ਹੋਏ, ਉੱਥੇ ਹੀ ਉਹਨਾਂ ਦੀ ਕਬਰ ਹੈ। ਔਰ ਮੈਂ ਹੀਰ ਵਾਰਿਸ ਸ਼ਾਹ ਚੋਂ ਇੱਕ ਕਪਲੇਟ ਕੋਟ ਕਰਨਾ ਚਾਹੁੰਦਾ ਹਾਂ ਦੱਸਣ ਦੇ ਲਈ ਕਿ ਵਾਰਿਸ ਸ਼ਾਹ ਨੇ ਪੰਜਾਬ ਦੀ ਅਲੱਗ ਐਂਟੀਟੀ ਕਬੂਲੀ ਰੈਸਟ ਆਫ ਇੰਡੀਆ ਤੋਂ, ਹਿੰਦ ਤੋਂ। ਜਦੋਂ ਉਹ ਹੀਰ ਦੀ ਖੂਬਸੂਰਤੀ ਬਿਆਨਦੇ ਨੇ ਤੇ ਉਹ ਕਹਿੰਦੇ ਨੇ, ਭਵਾਂ ਵਾਂਗ ਕਮਾਨ ਲਾਹੌਰ ਦਿਸਣ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ, ਸੁਰਮਾ ਨੈਣਾ ਦੀ ਧਾਰ ਵਿੱਚ ਖੁੱਭ ਰਿਹਾ, ਹਿੰਦ ਤੇ ਕਟਕ ਪੰਜਾਬ ਦਾ ਜੀ। ਹੁਣ ਇਹ ਬੜੇ ਸਿਗਨੀਫੀਕੈਂਟ ਵਾਰਿਸ ਸ਼ਾਹ ਕਹਿ ਰਿਹਾ ਕਿ ਹੀਰ ਦੀਆਂ ਅੱਖਾਂ 'ਚ ਇਵੇਂ ਉਹਦਾ ਸੁਰਮਾ ਜਿਹੜਾ ਉਹ ਇੰਨਾ ਖੁੱਭਿਆ ਔਰ ਇੰਨਾ ਸੋਹਣਾ ਲੱਗਦਾ ਜਿਵੇਂ ਹਿੰਦੁਸਤਾਨ ਦੇ ਉੱਤੇ ਪੰਜਾਬ ਦੀ ਫੌਜ ਚੜੀ ਹੋਏ। ਸੋ ਇੱਕ ਗੱਲ ਦਾ ਧਿਆਨ ਰਹੇ ਕਿ ਉਸ 18ਵੀਂ ਸਦੀ 'ਚ ਵੀ ਵਾਰਿਸ ਸ਼ਾਹ ਇਸ ਗੱਲ ਨੂੰ ਸਮਝਦੇ ਨੇ ਕਿ ਇਹ ਹਿੰਦੁਸਤਾਨ ਗੰਗਾ ਜਮਨਾ ਦੇ ਪੁੱਤਰ ਇਹ ਹੋਰ ਨੇ ਤੇ 5 ਦਰਿਆਵਾਂ ਦੀ ਧਰਤੀ ਜਿੱਥੇ ਹੀਰ ਤੇ ਰਾਂਝਾ ਹੋਏ ਨੇ, ਇਹ ਧਰਤੀ ਹੋਰ ਹੈ। ਉਹ ਉਸ ਹਿੰਦ ਦੇ ਉੱਤੇ ਪੰਜਾਬ ਦੀ ਫੌਜ ਚਾੜ ਰਹੇ ਨੇ। ਸੋ ਜ਼ਾਹਿਰ ਹੈ ਕਿ ਪੰਜਾਬ ਦੀ ਤਹਿਜ਼ੀਬ, ਸਾਡੇ ਕਬੀਲਿਆਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਚੀਮੇ, ਚੱਠੇ, ਬਾਜਵੇ ਹਰ, ਔਰ ਜ਼ਾਹਿਰ ਹੈ ਰਾਂਝਣ ਵੀ, ਰਾਂਝਾ ਭਾਵੇਂ ਨਹੀਂ, ਰਾਂਝਾ ਜਾਂ ਰਾਂਝਣ ਕਰਕੇ ਸਿੱਖਾਂ 'ਚ ਜਿਹੜੀ ਹੈ ਉਹ ਸਬ ਕਾਸਟ ਹੈ, ਭਾਵੇਂ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ, ਲੇਕਿਨ ਉਹੀ ਧਰਤੀ ਹੈ ਸਾਡਾ, ਉਹੀ ਸਾਡਾ ਤਹਿਜ਼ੀਬ ਹੈ। ਬਹੁਤ ਸ਼ੁਕਰੀਆ। ਸਾਂਝ ਹੈ ਇਹ ਮਿਲੇਨੀਅਮਸ ਦੀ ਹੈ, ਹਜ਼ਾਰਾਂ ਸਾਲਾਂ ਦੀ ਹੈ, ਸਦੀਆਂ ਦੀ ਨਹੀਂ। ਅੱਛਾ, ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ, ਮੈਂ ਸਮਝਦਾ ਵਾਂ ਕਿ ਕਰਤਾਰਪੁਰ ਰਾਹਦਾਰੀ ਸਿੱਖਾਂ ਵਾਸਤੇ ਖੋਲ੍ਹਣੇ ਲਈ ਸਾਡੀ ਫੌਜ ਤੇ ਸਾਡੇ ਜਨਰਲ ਬਾਜਵਾ ਸਾਹਿਬ ਦਾ ਬਹੁਤ ਜ਼ਿਆਦਾ ਕਿਰਦਾਰ ਹੈ। ਕਿਆ ਤੁਸੀਂ ਜ਼ਿਹਨੀ ਤੌਰ ਤੇ ਖਾਲਿਸਤਾਨ ਤਹਿਰੀਕ ਦੇ ਲੋਕ ਇਹ ਸਮਝਦੇ ਹੋ ਕਿ ਪਾਕਿਸਤਾਨੀ ਫੌਜ ਜਿਹੜੀ ਹੈ ਤੁਹਾਡੇ ਲਈ ਨਰਮ ਰਵੱਈਆ ਜਾਂ ਦਿਲ ਵਾਸਤੇ ਮੁਹੱਬਤ ਰੱਖਦੀ ਹੈ? ਦੇਖੋ, ਮੈਂ ਤੁਹਾਡੇ ਅੱਜ ਦੇ ਪਲੇਟਫਾਰਮ ਤੋਂ ਇੱਕ ਗੱਲ ਬੜੀ ਫੋਰਸਫੁਲੀ ਕਹਿਣਾ ਚਾਹੁੰਦਾ ਹੈ। ਜੀ। ਮੈਨੂੰ ਯਾਦ ਹੈ ਮੁਸ਼ਰਫ ਦੀ ਹਕੂਮਤ ਦੇ ਵੇਲੇ ਜਿਹੜੇ ਉਹਨਾਂ ਦੇ ਲਾ ਮਿਨਿਸਟਰ ਸਨ ਅਫਜ਼ਲ ਹੈਦਰ, ਉਹ ਅਮਰੀਕਾ ਚ ਆਏ ਔਰ ਮੈਨੂੰ ਇੱਕ ਹਫ਼ਤਾ ਲਗਭਗ ਉਹਨਾਂ ਦੇ ਨਾਲ ਅੱਡ ਥਾਵਾਂ ਤੇ ਜਾਣ ਦਾ ਮੌਕਾ ਮਿਲਿਆ। ਮੈਂ ਉਹਨਾਂ ਨੂੰ ਇਹ ਗੱਲ ਕਹੀ, ਮੈਂ ਕਿਹਾ ਦੇਖੋ ਹੁਣ ਇਹ ਗੱਲ ਬਹੁਤ ਹੋ ਗਈ ਕਿ ਸਾਡੀ ਇਹ ਵੀ ਸਾਂਝ ਹੈ, ਜ਼ਬਾਨ ਦੀ ਵੀ ਹੈ, ਤਹਿਜ਼ੀਬ ਦੀ ਵੀ ਹੈ, ਤੁਸੀਂ ਪਿਆਰ ਕਰਦੇ ਹੋ, ਅਸੀਂ ਵੀ ਤੁਹਾਨੂੰ ਪਿਆਰ ਕਰਦੇ ਹਾਂ। ਮੈਂ ਕਿਹਾ ਹੁਣ ਇੱਕ ਕਦਮ ਅੱਗੇ ਜਾਓ। ਔਰ ਉਹ ਕਦਮ ਹੈ ਕਿ ਤੁਸੀਂ ਜਿਹੜਾ ਖਾਲਿਸਤਾਨ ਦੀ ਤਹਿਰੀਕ ਨੂੰ ਕਿਸੇ ਨਾ ਕਿਸੇ ਹਵਾਲੇ ਨਾਲ, ਅਸੀਂ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗਦੇ, ਪੋਲੀਟੀਕਲ ਸਟੇਟਮੈਂਟਾਂ ਨਾ ਤੁਸੀਂ ਦਿਓ, ਤੁਸੀਂ ਆਪਣੇ ਡਿਪਲੋਮੈਟਸ ਨੂੰ ਹੀ ਬਾਹਰ ਕਹੋ ਵੀ ਘੱਟੋ ਘੱਟ ਜਿੱਥੇ ਉਹ ਮੈਂਸ਼ਨ ਕਰਦੇ ਨੇ ਹਿਊਮਨ ਰਾਈਟਸ ਵਾਇਲੇਸ਼ਨ ਕਸ਼ਮੀਰ ਦੀਆਂ, ਉਹਦੇ ਚ ਪੰਜਾਬ ਦਾ ਵੀ ਜ਼ਿਕਰ ਕਰੋ ਤਾਂ ਕਿ ਸਿੱਖਾਂ ਨੂੰ ਇੱਕ ਕੁਰਬਤ ਮਹਿਸੂਸ ਹੋਏ
ਤੇ ਜੀ ਉਹ ਜੀ ਮੈਨੂੰ ਕਹਿਣ ਲੱਗੇ ਕਿ ਜੀ ਗੱਲ ਤੁਹਾਡੀ ਠੀਕ ਹੈ, ਅਸੀਂ ਚਾਹੁੰਦੇ ਵੀ ਹੈ, ਪਰ ਜੇ ਅਸੀਂ ਖਾਲਿਸਤਾਨ ਦੀ ਹਮਾਇਤ ਵੱਲ ਤੁਰੇ ਤੇ ਇੰਡੀਆ ਬਲੋਚਿਸਤਾਨ ਦਾ ਮੁੱਦਾ ਖੜਾ ਕਰ ਦੇਗਾ। ਮੈਂ ਕਿਹਾ ਜੀ ਅੱਛਾ ਉਹ ਤਾਂ ਉਹਨਾਂ ਨੇ ਕਰਨਾ ਹੀ ਕਰਨਾ ਹੈ, ਤੁਸੀਂ ਇਸ ਗੱਲ, ਜੀ ਹੁਣ ਤਾਂ ਕੋਈ ਸ਼ੱਕ ਨਹੀਂ ਹੈ ਕਿ ਹਾਂ ਜੋ ਕੁਝ ਕੁਲਭੂਸ਼ਣ ਯਾਦਵ ਰਾਹੀਂ ਉਹਨਾਂ ਨੇ ਇੰਡੀਆ ਹਾਂ ਦੀ ਰਾਹ ਨੇ ਬਲੋਚਿਸਤਾਨ ਚ ਕਰਵਾਇਆ, ਲਿਬਰੇਸ਼ਨ ਬਲੋਚਿਸਤਾਨ ਲਿਬਰੇਸ਼ਨ ਆਰਮੀ ਕਿਹਨੇ ਖੜੀ ਕੀਤੀ ਹੋਈ ਹੈ, ਇਹਨਾਂ ਦੀ ਏਜੰਸੀਆਂ ਦੀ ਹੈ। ਜੀ ਅਫਗਾਨਿਸਤਾਨ ਦੇ ਨਾਲ 12-13 ਜਿਹੜੇ ਕੌਂਸੂਲੇਟ ਬਣਾਏ ਨੇ। ਜੇ ਡਾਕਟਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਤੋਂ ਜਿੰਨੀਆਂ ਵੀ ਤਖਰੀਬਕਾਰੀਆਂ ਹੋਈਆਂ ਨੇ, ਬੰਬ ਧਮਾਕੇ ਹੋਏ ਨੇ, ਉਹਨਾਂ ਦੇ ਪਿੱਛੇ ਇੰਡੀਅਨ ਏਜੰਸੀਆਂ ਦਾ ਹੀ ਹੱਥ ਹੈ। ਔਰ ਮੈਂ ਸਮਝਦਾ ਕਿ ਕਰਾਚੀ ਔਰ ਬਲੋਚਿਸਤਾਨ ਦੇ ਏਰੀਏ ਦੇ ਅੰਦਰ ਜਿਹੜੇ ਵਾਕਿਆਤ ਹੋਏ ਨੇ, ਉਹ ਜਿਸ ਸਿਲਸਿਲੇ ਦੇ ਅੰਦਰ ਵੀ ਹੋਏ ਨੇ, ਉਹ ਇਹਨਾਂ ਦੇ ਹੀ ਹੱਥ ਹੈ। ਮੈਂ ਇਸ ਗੱਲ ਨਾਲ ਤੁਹਾਡੀ ਨਾਲ ਇਤਫਾਕ ਕਰਨਾ, ਲੇਕਿਨ ਇੱਕ ਗੱਲ ਹੋਰ ਵੀ ਮੈਂ ਸੁਣਨੇ ਵਿੱਚ ਆਈ ਹੈ, ਕਿਉਂਕਿ ਤੁਸੀਂ ਜਾਣਦੇ ਹੋ ਕਿ ਨਿਊਯਾਰਕ ਦੇ ਵਿੱਚ ਅਸੀਂ ਵੀ ਤੁਹਾਡੇ ਪਿੱਛੇ ਪਿੱਛੇ ਇਹਨਾਂ ਮਹਿਫਲਾਂ ਵਿੱਚ ਜਾਂਦੇ ਆਂਦੇ ਰਹਿੰਦੇ ਆ। ਕੁਝ ਲੋਕ ਇਹ ਵੀ ਸਮਝਦੇ ਨੇ ਕਿ ਕਰਤਾਰਪੁਰ ਰਾਹਦਾਰੀ ਖੁੱਲਣ ਤੋਂ ਬਾਅਦ ਪਾਕਿਸਤਾਨ ਦਾ ਈਸਟ ਸਾਈਡ ਵਾਲਾ ਜਿਹੜਾ ਬਾਰਡਰ ਹੈ ਉਹ ਬੜਾ ਮਹਿਫੂਜ਼ ਤਰੀਨ ਹੋ ਗਿਆ, ਕਿਉਂਕਿ ਸਿੱਖ ਇਹ ਸਮਝਦੇ ਨੇ ਕਿ ਪਾਕਿਸਤਾਨ ਵੀ ਸਾਡਾ ਹੀ ਮੁਲਕ ਹੈ। ਜੀ ਦੇਖੋ, ਬਿਲਕੁਲ ਤੁਸੀਂ ਠੀਕ ਕਿਹਾ। ਮੈਂ ਸਮਝਦਾ ਹਾਂ ਵੀ ਭਾਰਤ ਦੀ ਹਕੂਮਤ ਨੇ ਜਿਹੜੀਆਂ ਬਹੁਤ ਸਾਰੀਆਂ ਪਾਸਪੋਰਟ ਔਰ ਦੂਸਰੀਆਂ ਰੈਸਟ੍ਰਿਕਸ਼ਨਸ ਲਾਈਆਂ ਕਰਤਾਰਪੁਰ ਸਾਹਿਬ ਵਿਜ਼ਿਟ ਤੋਂ, ਜੀ ਇਸ ਜੀ ਪੀਰੀਅਡ ਦੇ ਵਿੱਚ ਜਦੋਂ ਤੋਂ ਕਰੋਨਾ ਦੀ ਮਹਾਮਾਰੀ ਕਰਕੇ ਇਹ ਬੰਦ ਨਹੀਂ ਹੋਇਆ ਸੀ, 80,000 ਤੋਂ ਜ਼ਿਆਦਾ ਸਿੱਖ ਭਾਰਤ ਵਾਲੇ ਪੰਜਾਬ ਚੋਂ ਕਰਤਾਰਪੁਰ ਸਾਹਿਬ ਆਏ ਔਰ 1 ਲੱਖ ਤੋਂ ਜ਼ਿਆਦਾ ਸਿੱਖ ਇਧਰੋਂ ਗਏ। ਔਰ ਹਜ਼ਾਰਾਂ ਵੀਡੀਓ ਇੰਟਰਨੈਟ ਤੇ ਪਈਆਂ ਨੇ ਕਿ ਜੋ ਸਿੱਖਾਂ ਨੇ ਆ ਕੇ ਮਹਿਸੂਸ ਕੀਤਾ, ਜਿੰਨੀ ਮੁਹੱਬਤ ਜਿੰਨਾ ਪਿਆਰ ਪਾਕਿਸਤਾਨ ਦੇ ਲੋਕਾਂ ਨੇ ਦਿੱਤਾ ਹੈ, ਜਿਵੇਂ ਜਜ਼ਬਾਤਾਂ ਦਾ ਹੜ੍ਹ ਜਿਹੜਾ ਅਸੀਂ ਦੇਖਦੇ ਹਾਂ। ਭਾਰਤੀ ਹਕੂਮਤ ਘਬਰਾਈ ਕਿ ਭਾਈ ਅਜੇ ਤਾਂ ਸਾਲ ਨਹੀਂ ਹੋਇਆ, ਇੰਨੀਆਂ ਰੈਸਟ੍ਰਿਕਸ਼ਨਸ ਰੱਖੀਆਂ ਤੇ ਇਹ ਦੋਵੇਂ ਜਿਹੜੇ ਨੇ ਉਹ ਇੰਨੇ ਕਰੀਬ ਨੇ, ਔਰ ਉਹਨਾਂ ਨੇ ਰੁਕਾਵਟਾਂ ਖੜੀਆਂ ਕਰਨ ਦੀ ਜਿਹੜੀ ਹੈ ਬਰਾਬਰ ਆਪਣੀ ਕੋਸ਼ਿਸ਼ ਜਿਹੜੀ ਹੈ ਉਹਨਾਂ ਦੀ ਲਗਾਤਾਰ ਜਾਰੀ ਹੈ। ਮੈਂ ਸਮਝਦਾ ਹਾਂ ਵੀ ਇਹ ਜਿਹੜਾ ਦੇਖੋ ਤੁਹਾਡੀ ਅੰਦਰੂਨੀ ਪੋਲਿਟਿਕਸ ਕੀ ਹੈ, ਇਮਰਾਨ ਖਾਨ ਸਾਹਿਬ ਨੂੰ ਕੌਣ ਪਸੰਦ ਕਰਦਾ, ਇਹ ਮੇਰਾ ਵਿਸ਼ਾ ਨਹੀਂ ਹੈ। ਮੈਂ ਸਭ ਦਾ ਸ਼ੁਕਰੀਆ ਅਦਾ ਕਰਦਾ ਹਾਂ। ਸਿੱਖਾਂ ਲਈ ਮੁਹੱਬਤ, ਪਾਕਿਸਤਾਨ ਦੇ ਵਿੱਚ ਕੋਈ ਪਾਰਟੀ ਆਏ, ਸਿਵਿਲੀਅਨ ਐਡਮਿਨਿਸਟ੍ਰੇਸ਼ਨ ਆਏ, ਮਿਲਟਰੀ ਆਏ, ਅਸੀਂ ਵੀ ਬਾਹਸੀਅਤ ਕੌਮ, ਬਾਹਸੀਅਤ ਨੇਸ਼ਨ ਸਿੱਖਾਂ ਦੇ ਜਜ਼ਬਾਤ ਦੀ ਕਦਰ ਕਰਨੇ ਆ ਔਰ ਖਾਲਿਸਤਾਨ ਦੀ ਹਮਾਇਤ ਕਰਨੇ ਆ। ਹਾਂ, ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਮਰਾਨ ਖਾਨ ਸਾਹਿਬ ਔਰ ਜਨਰਲ ਬਾਜਵਾ ਨੇ ਸਿੱਖ ਤਹਿਰੀਕ ਦੇ ਵਿੱਚ ਉਹ ਥਾਂ ਬਣਾਈ ਹੈ, ਜਿਵੇਂ ਅਸੀਂ ਕਦੇ ਨਵਾਬ ਮਲੇਰਕੋਟਲਾ ਨੂੰ ਨਹੀਂ ਭੁੱਲੇ ਕਿ ਜਦੋਂ 2 ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਫਤਵਾ ਸੀ ਤੇ ਨਵਾਬ ਮਲੇਰਕੋਟਲਾ ਨੇ ਖਲੋ ਕੇ ਕਿਹਾ ਸੀ ਵੀ ਨਹੀਂ, ਇਹ ਸ਼ਰਅ ਦੀ ਤੋਹੀਨ ਹੈ, ਇਹ ਸ਼ੀਰਖੋਰ ਬੱਚੇ ਨੇ ਔਰ ਸ਼ਰਅ ਇਹਨਾਂ ਨੂੰ ਜਿਹੜੀ ਹੈ ਉਹ ਸਜ਼ਾ ਦੇਣ ਦਾ ਨਹੀਂ ਫਤਵਾ ਦੇ ਸਕਦੀ ਉਹਦੇ ਤਹਿਤ। ਔਰ 47 ਦੇ ਪਾਗਲਪਨ ਦੇ ਦੌਰ 'ਚ ਵੀ ਸਿੱਖਾਂ ਨੂੰ ਨਹੀਂ ਸੀ ਭੁੱਲਿਆ ਕਿ ਮਲੇਰਕੋਟਲੇ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਸੀ। ਅੱਜ ਵੀ ਮਲੇਰਕੋਟਲਾ ਪੰਜਾਬ ਦਾ ਟਾਊਨ ਹੈ ਜਿੱਥੇ 1 ਲੱਖ ਮੁਸਲਮਾਨ ਵਸਦਾ ਹੈ, ਉੱਥੋਂ ਐਮਐਲਏ ਵੀ ਮੁਸਲਮਾਨ ਬਣਦਾ ਹੈ ਔਰ ਰਜ਼ੀਆ ਬੇਗਮ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਮਿਨਿਸਟਰ ਵੀ ਨੇ। ਮੈਂ ਸਮਝਦਾ ਇਮਰਾਨ ਖਾਨ ਔਰ ਜਨਰਲ ਬਾਜਵਾ ਦਾ ਉਹੀ ਰੁਤਬਾ ਸਿੱਖ ਇਤਿਹਾਸ 'ਚ ਬਣ ਗਿਆ ਕਿ ਉਹਨਾਂ ਨੇ 72 ਸਾਲਾਂ ਦੀਆਂ ਸਾਡੀਆਂ ਦੁਆਵਾਂ ਉਹਨਾਂ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਅਮਲ ਕਰਦੇ ਆ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ। ਸੋ ਇਹ ਕੋਈ ਛੋਟੀ ਗੱਲ ਨਹੀਂ, ਔਰ ਡਿਪਲੋਮੇਸੀ ਦੀ ਦੁਨੀਆ 'ਚ ਵੀ ਲੌਂਗ ਟਰਮ ਇੰਨੀ ਕੁ ਗੁੱਡਵਿਲ ਦੋਨਾਂ ਕੌਮਾਂ ਦੀ ਹੋਏਗੀ, ਅਜੇ ਤਾਂ ਇਹਦੀ ਸ਼ੁਰੂਆਤ ਹੈ। ਮੈਂ ਸਮਝਦਾ ਹਾਂ ਵੀ ਇਹ ਕੋਰੀਡੋਰ ਆਫ ਲਵ ਨਹੀਂ, ਇਹ ਪਿਆਰ ਦਾ ਹੜ ਵਗਾਇਆ ਜਿਹੜਾ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਸਾਰੀਆਂ ਨਫ਼ਰਤਾਂ ਔਰ ਦੂਸਰਿਆਂ ਨੂੰ ਹੂੰਝ ਕੇ ਲੈ ਜਾਏਗਾ। ਡਾਕਟਰ ਸਾਹਿਬ, ਅਸੀਂ ਤੁਹਾਨੂੰ ਖਾਲਿਸਤਾਨ ਦੇ ਲੀਡਰ ਹੋਣੇ ਦੀ ਹੈਸੀਅਤ ਨਾਲ ਮੈਂ ਜ਼ਾਤੀ ਤੌਰ ਤੇ ਪਾਕਿਸਤਾਨੀ ਕੌਮ ਦੀ ਤਰਫੋਂ ਦਾਵਤ ਦੇਣਾ ਕਿ ਤੁਸੀਂ ਸਾਡੇ ਮਹਿਮਾਨ ਬਣੋ ਔਰ ਸਾਡੇ ਕੋਲ ਤਸ਼ਰੀਫ ਲਿਆਓ। ਅਸੀਂ ਕਰਤਾਰਪੁਰ ਵੀ ਤੁਹਾਡੇ ਨਾਲ ਜਾਵਾਂਗੇ, ਨਨਕਾਣਾ ਸਾਹਿਬ ਵੀ ਤੁਹਾਡੇ ਨਾਲ ਜਾਵਾਂਗੇ। ਔਰ ਦੂਸਰਾ ਮੇਰਾ ਹੁਣ ਅਗਲਾ ਸਵਾਲ ਤੁਹਾਡੇ ਅੱਗੇ ਵੇ, ਕਿਉਂਕਿ 2020 ਰੈਫਰੈਂਡਮ ਦਾ ਤੁਸੀਂ ਐਲਾਨ ਕੀਤਾ ਹੈ, ਇਹ ਰੈਫਰੈਂਡਮ ਕੀ ਹੈ ਔਰ ਇਹ ਕਿਸ ਤਰ੍ਹਾਂ ਤੁਸੀਂ ਕਰੋਗੇ, ਇਹਦੇ ਕੀ ਫਵਾਇਦ ਹਾਸਲ ਹੋਣਗੇ ਖਾਲਿਸਤਾਨ ਨੂੰ ਤੇ ਸਿੱਖ ਤਹਿਰੀਕ ਨੂੰ? ਦੇਖੋ, ਇੱਥੇ ਇੱਕ ਗੱਲ ਮੈਂ ਵਾਜ਼ਿਆ ਕਰਦੇ ਹਾਂ ਕਿ ਖਾਲਿਸਤਾਨ ਦੀ ਤਹਿਰੀਕ ਲਈ ਹੋਰ ਵੀ ਬਹੁਤ ਸਾਰੀਆਂ ਤਨਜ਼ੀਮਾਂ ਬਾਹਰਲੇ ਮੁਲਕਾਂ 'ਚ ਵੀ ਪੰਜਾਬ ਦੇ ਵਿੱਚ ਵੀ ਆਪਣਾ ਕੰਟਰੀਬਿਊਟ ਕਰ ਰਹੀ ਹੈ।
ਇਸ ਕਿਸਮ ਦੀ ਤਨਜ਼ੀਮ ਸਿੱਖਸ ਫॉर ਜਸਟਿਸ ਇਹ ਅੱਜ ਤੋਂ ਲਗਭਗ 20 ਸਾਲ ਪਹਿਲਾਂ ਜਿਹੜਾ ਹੈ ਇਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ, ਔਰ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਅਮਰੀਕਾ ਦੇ ਵਿੱਚ ਰਜਿਸਟਰਡ, ਇਹਨਾਂ ਨੇ ਪਹਿਲਾਂ ਭਾਰਤ ਦੇ ਵਿੱਚ ਜਿਹੜੀ ਨਵੰਬਰ 84 ਦੀ ਨਸਲਕੁਸ਼ੀ ਸੀ ਉਹਦੇ ਕੇਸ ਲੜਨੇ ਸ਼ੁਰੂ ਕੀਤੇ। ਫਿਰ ਜਿਹੜੇ ਉੱਥੇ ਜੈਨੋਸਾਈਡ ਕਰਨ ਵਾਲੇ ਲੀਡਰ ਅਮਰੀਕਾ ਚ ਆਉਂਦੇ ਸਨ ਉਹਨਾਂ ਦੇ ਉੱਤੇ ਜਿਹੜੇ ਨੇ ਮੁਕੱਦਮੇ ਦਾਇਰ ਕਰਨੇ ਸ਼ੁਰੂ ਕੀਤੇ। ਔਰ ਇਸ ਸਾਰੇ ਚੋਂ ਲੰਘ ਕੇ ਇਵੈਂਚੁਅਲੀ ਉਹਨਾਂ ਨੇ ਕਾਲ ਦਿੱਤੀ ਕਿ ਭਾਈ ਅਸੀਂ 2020 ਦੇ ਵਿੱਚ ਜਿਹੜਾ ਕਿ ਆਲਮੋਸਟ ਆ ਗਿਆ ਹੁਣ 2020 ਚ ਅਸੀਂ ਹਾਂ, ਇਹ ਉਹਨਾਂ ਕਾਲ 3-4 ਸਾਲ ਪਹਿਲਾਂ ਸੀ। ਉਹ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੈ ਜਿਹਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ ਹੈ ਇਹ ਇੱਕ ਮੁੱਢਲਾ ਹੱਕ ਮੰਨਿਆ ਹੋਇਆ। ਔਰ ਮੈਂ ਯਾਦ ਦਹਾਨੀ ਤੁਹਾਡੇ ਜਿਹੜੇ ਦਰਸ਼ਕਾਂ ਦੀ ਔਰ ਵਿਊਅਰਸ ਦੀ ਕਰਵਾ ਦਿਆਂ ਕਿ ਕੈਨੇਡਾ ਦੇ ਵਿੱਚ 1980 ਔਰ 1995 ਚ ਕਿਊਬੈਕ ਦਾ ਸੂਬਾ ਜਿੱਥੇ ਫ੍ਰੈਂਚ ਮੈਜੋਰਿਟੀ ਚ ਨੇ, ਉਹਨਾਂ ਨੇ ਵੀ ਰੈਫਰੈਂਡਮ ਕੀਤਾ ਕਿਉਂਕਿ ਕੈਨੇਡਾ ਦੀ ਗਵਰਨਮੈਂਟ ਨੇ ਕਰਵਾਇਆ ਕਿ ਉਹ ਅੱਡ ਹੋਣਾ ਚਾਹੁੰਦੇ ਨੇ, ਹਾਲਾਂਕਿ 2-3% ਵੋਟਾਂ ਦੇ ਨਾਲ ਉਹ ਕੈਨੇਡਾ ਦਾ ਹੀ ਹਿੱਸਾ ਬਣੇ। ਫਿਰ ਈਵਨ ਸਕਾਟਲੈਂਡ ਅਸੀਂ 2 ਸਾਲ ਪਹਿਲਾਂ ਦੇਖਦੇ ਹਾਂ ਜਿਹੜਾ ਸਕਾਟਲੈਂਡ 400 ਸਾਲ ਤੋਂ ਯੂਕੇ ਦਾ ਹਿੱਸਾ ਹੈ, ਉਹਨਾਂ ਨੇ ਵੀ ਰੈਫਰੈਂਡਮ ਕਰਵਾਇਆ ਸਰਕਾਰ ਨੇ, ਔਰ ਕਿ ਭਾਈ ਅਸੀਂ ਰਹਿਣਾ ਕਿ ਨਹੀਂ, ਉਹ ਵੀ 2-3% ਵੋਟਾਂ ਦੇ ਨਾਲ ਉਹਨਾਂ ਨੇ ਯੂਕੇ ਦੇ ਨਾਲ ਰਹਿਣ ਦਾ ਫੈਸਲਾ ਕੀਤਾ। ਹੁਣ ਜਿਹੜਾ ਰੈਫਰੈਂਡਮ 2020 ਹੈ ਜ਼ਾਹਰ ਹੈ ਇਹਨੂੰ ਕੋਈ ਯੂਨਾਈਟਿਡ ਨੇਸ਼ਨਸ ਨਹੀਂ ਕਰਵਾ ਰਿਹਾ ਜਿਵੇਂ ਈਸਟ ਟੈਮੂਰ ਦੇ ਵਿੱਚ ਯੂਐਨ ਨੇ ਕਰਵਾਇਆ ਸੀ, ਜਾਂ ਕਿਸੇ ਹੱਦ ਤੱਕ ਅਸੀਂ ਕੋਸੋਵੋ ਦੀ ਰੈਕਗਨੀਸ਼ਨ ਦੀ ਗੱਲ ਕਰਦੇ ਹਾਂ, ਨਾ ਹੀ ਇਹਨੂੰ ਭਾਰਤ ਦੀ ਸਟੇਟ ਕਰਵਾ ਰਹੀ ਹੈ ਜਿਵੇਂ ਕਿ ਕੈਨੇਡਾ ਦੀ ਗਵਰਨਮੈਂਟ ਨੇ ਕਿਊਬੈਕ ਕੀਤਾ ਜਾਂ ਯੂਕੇ ਦੀ ਹਕੂਮਤ ਨੇ ਇੰਗਲੈਂਡ ਚ ਕੀਤਾ। ਸੋ ਇਹਨੂੰ ਸਿੱਖ ਕਮਿਊਨਿਟੀ ਆਪਣੇ ਲੈਵਲ ਤੇ ਇਹਨਾਂ ਨੇ ਇੱਕ ਬੈਲਟ ਐਸੋਸੀਏਸ਼ਨ ਜਿਹੜੀ ਦੁਨੀਆ 'ਚ ਰੈਪਿਊਟਡ ਹੈ, ਜਿਨ੍ਹਾਂ ਨੇ ਨਾਰਥ ਕੁਰਦਿਸਤਾਨ ਦੇ ਵਿੱਚ ਜਾਂ ਕੈਟਾਲੋਨੀਆ ਦੇ ਵਿੱਚ ਵੀ ਰੈਫਰੈਂਡਮ ਕਰਵਾਇਆ, ਉਹ ਹਾਇਰ ਕੀਤੀ ਹੋਈ ਹੈ। ਵੋਟਾਂ ਦੀ ਰਜਿਸਟ੍ਰੇਸ਼ਨ ਦਾ ਪੈਟਰਨ ਹੈ ਇੱਕ ਜਿਹਦੇ ਥੱਲੇ ਜਿਹੜਾ ਉਹ ਵੋਟ ਰਜਿਸਟਰ ਹੋ ਰਹੀ ਹੈ, ਔਰ ਇਹ ਰਜਿਸਟ੍ਰੇਸ਼ਨ ਪ੍ਰੋਸੈਸ 2 ਸਾਲ ਤੋਂ ਚੱਲ ਰਹੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਇਹ ਰੈਫਰੈਂਡਮ ਨਾਨ ਬਾਈਂਡਿੰਗ ਹੈ ਕਿਉਂਕਿ ਨਾ ਯੂਐਨ ਦੇ ਥੱਲੇ ਹੈ ਨਾ ਹੀ ਕੋਈ ਇੰਡੀਅਨ ਗਵਰਨਮੈਂਟ, ਪਰ ਇਹ ਸਾਡੇ ਖਾਲਿਸਤਾਨ ਦੇ ਕੇਸ ਨੂੰ ਇੱਕ ਸਟੈਪ ਅੱਗੇ ਲਿਜਾਏਗਾ ਜਦੋਂ ਅਸੀਂ ਉਸ ਰੈਫਰੈਂਡਮ ਦੀ ਬਿਨਾਂ ਤੇ, ਕਿਉਂਕਿ ਬਹੁਤ ਵਾਰ ਇੰਡੀਅਨ ਗਵਰਨਮੈਂਟ ਦਾ ਪ੍ਰੋਪੇਗੈਂਡਾ ਹੁੰਦਾ ਹੈ ਕਿ ਜੀ ਇਹ ਮੁੱਠੀ ਭਰ ਸਿੱਖ ਨੇ ਜਿਹੜੇ ਖਾਲਿਸਤਾਨ ਚਾਹੁੰਦੇ ਨੇ, ਮੈਜੋਰਿਟੀ ਸਿੱਖ ਤੇ ਇੱਥੇ ਖੁਸ਼ ਨੇ, ਕੁਛ ਇਹ ਵੀ ਕਹਿਣਗੇ ਜੀ ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਐਵੇਂ ਰੋਟੀ ਰੋਜ਼ੀ ਚਲਾਉਂਦੇ ਨੇ, ਸਿੱਖ ਦਾ ਖਾਲਿਸਤਾਨ ਨਹੀਂ ਚਾਹੁੰਦੇ। ਸੋ ਇਸ ਮਿਥ ਨੂੰ ਤੋੜਨਾ ਬੜਾ ਜ਼ਰੂਰੀ ਹੈ ਕਿ ਮੈਜੋਰਿਟੀ ਸਿੱਖ ਖਾਲਿਸਤਾਨ ਚਾਹੁੰਦੇ ਨੇ। ਵਾਂਸ ਉਹ ਸਾਡੇ ਕੋਲ ਰੈਫਰੈਂਡਮ ਰਿਜ਼ਲਟ ਹੋਣਗੇ, ਅਸੀਂ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ ਦੁਨੀਆ ਦੀਆਂ ਹੋਰ ਫੋਰਮਸ ਦੇ ਉੱਤੇ ਇਸ ਕੇਸ ਨੂੰ ਲੈ ਕੇ ਜਾਵਾਂਗੇ। ਸੋ ਇਹ ਇਸ ਦਾ ਸਾਰੇ ਦਾ ਲੁਬੇ ਲੁਬਾਬ ਹੈ। ਅੱਛਾ, ਯੂਨਾਈਟਿਡ ਨੇਸ਼ਨ ਨੇ ਅੱਜ ਤੱਕ ਕੋਈ ਸਿੱਖਾਂ ਦੀ ਇਸ ਮਾਮਲੇ ਵਿੱਚ ਮਦਦ ਵੀ ਕੀਤੀ ਹੈ ਜਾਂ ਕਿ ਇੰਡੀਆ ਨੇ ਤੁਹਾਨੂੰ ਉੱਥੋਂ ਤੱਕ ਪਹੁੰਚਣ ਹੀ ਨਹੀਂ ਦਿੱਤਾ? ਦੇਖੋ, ਯੂਨਾਈਟਿਡ ਨੇਸ਼ਨਸ ਦਾ ਸਟਰਕਚਰ ਸਮਝਣਾ ਜ਼ਰੂਰੀ ਹੈ। ਪਹਿਲੀ ਗੱਲ ਤਾਂ ਮੈਂ ਇੱਕ ਸਟੇਟਮੈਂਟ ਦੇ ਰਿਹਾ ਜਿਹੜਾ ਅਕਸਰ ਮੈਂ ਯੂਨਾਈਟਿਡ ਨੇਸ਼ਨਸ ਬਾਰੇ ਦਿੰਦਾ ਹੈ ਕਿ ਇਟ ਇਜ਼ ਅ ਗਟਲੈਸ, ਟੂਥਲੈਸ ਐਂਡ ਸਪਾਈਨਲੈਸ ਬਾਡੀ। ਨਾ ਇਹਦੀਆਂ ਅੰਤੜੀਆਂ ਨੇ, ਨਾ ਸਪਾਈਨ ਹੈ, ਨਾ ਦੰਦ ਨੇ। ਜ਼ਾਹਰ ਹੈ ਵੀ ਇਹਨਾਂ ਨੂੰ ਅਸੀਂ ਇੱਕ ਨੋਰਮ ਦੇ ਤੌਰ ਤੇ ਕਹਿੰਦੇ ਜ਼ਰੂਰ ਹੈ ਜੀ ਅਸੀਂ ਮੈਮੋਰੈਂਡਮ ਦਿੱਤਾ ਜਾਂ ਤੁਸੀਂ ਵੀ ਸ਼ਾਮਲ ਹੁੰਦੇ ਰਹੇ ਹੋ, ਪ੍ਰੋਟੈਸਟ ਕਰਦੇ ਆ ਉਹਦੇ ਬਾਅਦ, ਪਰ ਸਾਨੂੰ ਵੀ ਪਤਾ ਹੈ ਵੀ ਯੂਨਾਈਟਿਡ ਨੇਸ਼ਨਸ ਨੂੰ ਉਹੀ ਚਲਾਉਂਦੇ ਨੇ ਜਿਹੜੇ ਸਭ ਤੋਂ ਜ਼ਿਆਦਾ ਫੰਡਿੰਗ ਦਿੰਦੇ ਨੇ ਜਾਂ ਜਿਹੜੇ ਦੁਨੀਆ ਦੀ ਪੋਲਿਟਿਕਸ ਨੂੰ ਆਪਣੇ ਢੰਗ ਨਾਲ ਚਲਾਉਣਾ ਚਾਹੁੰਦੇ ਨੇ। ਫਿਰ ਵੀ ਅਸੀਂ ਇਹ ਸਮਝਦੇ ਹਾਂ ਕਿ ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਨਿਊਯਾਰਕ ਦੇ ਵਿੱਚ ਐਡਮਿਨਿਸਟ੍ਰੇਟਿਵ ਸਟਰਕਚਰ ਹੈ, ਇਹਨਾਂ ਦਾ ਜਿਹੜਾ ਹਿਊਮਨ ਰਾਈਟਸ ਚੈਪਟਰ ਹੈ, ਹਿਊਮਨ ਰਾਈਟਸ ਕਾਉਂਸਲ, ਉਹ ਜਨੀਵਾ ਦੇ ਵਿੱਚ ਹੈ, ਯੂਰਪ ਦੇ ਵਿੱਚ। ਔਰ ਜ਼ਾਹਰ ਹੈ ਕਿ ਜਨੀਵਾ ਦੇ ਵਿੱਚ ਜਿਹੜੀਆਂ ਹੀਅਰਿੰਗਸ ਹੁੰਦੀਆਂ ਨੇ ਹਿਊਮਨ ਰਾਈਟਸ ਦੀਆਂ, ਜਿਵੇਂ ਹਿਊਮਨ ਰਾਈਟ ਕਾਉਂਸਲ ਨੇ ਕਸ਼ਮੀਰ ਦੇ ਮੁੱਦੇ ਤੇ ਸਾਲ ਪਹਿਲਾਂ 49 ਪੇਜ ਜਿਹੜਾ ਇੱਕ ਡਾਕੂਮੈਂਟ ਜਾਰੀ ਕੀਤਾ, ਜਿਹੜਾ ਪਹਿਲੀ ਵਾਰ ਸੀ ਕਸ਼ਮੀਰ ਸਟਰਗਲ ਦੇ ਵਿੱਚ ਕਿ ਕਸ਼ਮੀਰ 'ਚ ਕੀ ਹੋ ਰਿਹਾ। ਇਸੇ ਤਰ੍ਹਾਂ ਸਿੱਖਾਂ ਬਾਰੇ ਵੀ ਹਿਊਮਨ ਰਾਈਟਸ ਬਾਰੇ ਹੀਅਰਿੰਗਸ ਹੁੰਦੀਆਂ ਨੇ। ਇੱਥੇ ਅਸੀਂ ਮਿਲਦੇ ਹਾਂ ਨਿਊਯਾਰਕ 'ਚ, ਮੈਮੋਰੈਂਡਮ ਦੇ ਦਿੰਦੇ ਹਾਂ, ਸਾਨੂੰ ਵੀ ਪਤਾ ਉਹਨਾਂ ਨੇ ਫਾਈਲ ਚਲਾ ਲੈਣੇ, ਉਹਦੇ ਤੇ ਅਮਲ ਦਰਾਮਦ ਉਦੋਂ ਹੋਏਗਾ ਜਦੋਂ ਅਮਰੀਕਾ ਨੂੰ ਲੱਗੇਗਾ ਵੀ ਖਾਲਿਸਤਾਨ ਉਹਨਾਂ ਦੇ ਹੱਕ 'ਚ ਕਿਵੇਂ ਹੈ,
ਜਾਂ ਕੱਲ ਨੂੰ ਚਾਈਨਾ ਜਿਹੜਾ UN ਸਿਕਿਉਰਿਟੀ ਕਾਉਂਸਲ 'ਚ ਬੈਠਾ ਹੈ, ਜੇ ਚਾਈਨਾ ਨੂੰ ਲੱਗਾ ਕਿ ਭਾਈ ਕਸ਼ਮੀਰ ਔਰ ਖਾਲਿਸਤਾਨ ਦੇ ਮੁੱਦੇ ਦੀ ਹਮਾਇਤ ਕਰਨੀ ਹੈ, ਫਿਰ ਉਹ ਪੁਰਾਣੀਆਂ ਫਾਈਲਾਂ ਕੱਢ ਲੈਣਗੇ ਜਿਹੜੇ UN ਦੇ ਉਹ ਜਿਹੜੇ ਨੇ ਉਹ ਸਰਦਖਾਨਿਆਂ 'ਚ ਰੱਖੀਆਂ ਹੋਈਆਂ ਨੇ। ਸੋ ਇਸ ਤੋਂ ਬਿਯੋਂਡ ਸਾਡੀ ਕੋਈ ਬਹੁਤੀ ਐਕਸਪੈਕਟੇਸ਼ਨ ਵੀ ਨਹੀਂ ਹੈ ਇਹਨਾਂ ਤੋਂ। ਅੱਛਾ, ਅਮਰੀਕਾ ਦੇ ਵਿੱਚ ਕਿਉਂਕਿ ਸਪੀਚ ਦੀ ਆਜ਼ਾਦੀ ਹੈ, ਆਜ਼ਾਦੀ ਹੱਕੇ ਰਾਇਦਹੀ ਦੀ ਆਜ਼ਾਦੀ ਹੈ, ਅਮਰੀਕੀ ਗਵਰਨਮੈਂਟ ਨਾਲ ਵੀ ਤੁਸੀਂ ਕੋਈ ਰਾਬਤੇ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤੇ ਖਾਲਿਸਤਾਨ ਦੀ ਤਹਿਰੀਕ ਨੂੰ ਕੋਈ ਹਵਾ ਮਿਲੇ? ਦੇਖੋ, ਅਮਰੀਕਾ ਦੇ ਵਿੱਚ 3 ਉਹਨਾਂ ਦੇ ਆਰਗਨ ਨੇ। ਇੱਕ ਮੈਂ ਜ਼ਿਕਰ ਆਲਰੇਡੀ ਕਾਂਗਰਸ ਦਾ ਕੀਤਾ ਹੈ ਕਿ 50 ਤੋਂ ਜ਼ਿਆਦਾ ਡੈਮੋਕ੍ਰੈਟਿਕ ਔਰ ਰਿਪਬਲਿਕਨ ਕਾਂਗਰਸਮੈਨ ਜਿਹੜੇ ਨੇ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। ਅਸੀਂ ਉਹਨਾਂ ਨੂੰ ਟਾਈਮ ਟੂ ਟਾਈਮ ਸਿੱਖਾਂ ਦੀਆਂ ਪ੍ਰੋਬਲਮਸ ਵਿਦ ਇਨ ਅਮਰੀਕਾ ਔਰ ਇੰਟਰਨੈਸ਼ਨਲ ਪ੍ਰੋਬਲਮਸ ਉਹਨਾਂ ਬਾਰੇ ਬਰੀਫ ਵੀ ਕਰਦੇ ਹਾਂ। ਉਹਨਾਂ ਦੇ ਵਿੱਚ ਉਹਨਾਂ ਦੀਆਂ ਹੀਅਰਿੰਗਸ ਵੀ 2 ਪਿਛਲੇ ਸਾਲ 'ਚ ਹੋਈਆਂ ਨੇ। ਦੂਸਰਾ ਆਰਗਨ ਜਿਹੜਾ ਉਹਨਾਂ ਦਾ ਸੈਮਾਈ ਗਵਰਨਮੈਂਟ ਹੈ, US ਸਰਫ ਜਿਹਨੂੰ ਕਹਿੰਦੇ ਨੇ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਨਾਂ ਦੇ ਨਾਲ ਅਸੀਂ ਅਕਸਰ ਮਿਲਦੇ ਰਹਿੰਦੇ ਹਾਂ। ਉਹ ਸਿੰਪੈਥਾਈਜ਼ ਵੀ ਕਰਦੇ ਨੇ, ਆਪਣੀਆਂ ਰਿਪੋਰਟਾਂ 'ਚ ਪੰਜਾਬ ਦਾ ਜ਼ਿਕਰ ਵੀ ਕਰਦੇ ਨੇ। ਤੀਸਰਾ ਅਮਰੀਕਾ ਦਾ ਫੋਰਨ ਆਫਿਸ ਜਿਹਨੂੰ ਸਟੇਟ ਡਿਪਾਰਟਮੈਂਟ ਕਹਿੰਦੇ ਨੇ, ਉਹਨਾਂ ਨਾਲ ਅਸੀਂ ਸਾਲ 'ਚ 2 ਵਾਰ ਜਦੋਂ ਕੋਈ ਇਸ਼ੂ ਬੇਸ, ਜਿਵੇਂ ਹੁਣ ਅੱਜ ਕੱਲ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਚੁੱਕੇ ਜਾ ਰਹੇ ਨੇ ਕਿ ਉਹ ਰੈਫਰੈਂਡਮ 2020 ਦੀਆਂ ਵੋਟਾਂ ਰਜਿਸਟਰ ਨਾ ਕਰਨ, ਅਸੀਂ ਬਹੁਤ ਜਲਦੀ ਹਫ਼ਤੇ 2 ਹਫ਼ਤੇ 'ਚ ਸਟੇਟ ਡਿਪਾਰਟਮੈਂਟ ਦੇ ਨਾਲ ਇੱਕ ਮੀਟਿੰਗ ਕਰਨ ਜਾ ਰਹੇ ਹਾਂ। ਉਹਨਾਂ ਤੋਂ ਅਸੀਂ ਮੀਟਿੰਗ ਮੰਗੀ ਹੈ ਕਿ ਸੋ ਉਹਨਾਂ ਨੂੰ ਪਤਾ ਹੈ। ਔਰ ਮੈਂ ਜਿਵੇਂ ਕਿਹਾ ਵੀ ਇਹਨਾਂ ਦੀਆਂ ਨੀਤੀਆਂ ਜਾਂ ਪਾਲਿਸੀਜ਼ ਉਦੋਂ ਹੀ ਬਦਲਣਗੀਆਂ ਜਦੋਂ ਇਹਨਾਂ ਨੂੰ ਆਪਣਾ ਸਟ੍ਰੈਟੇਜਿਕ ਇੰਟਰਸਟ ਜਾਂ ਇਹਨਾਂ ਦਾ ਕੋਈ ਹੋਰ ਇੰਟਰਸਟ ਉੱਥੇ ਨਜ਼ਰ ਆਏਗਾ ਕਿ ਭਾਈ ਖਾਲਿਸਤਾਨ ਕਿਉਂ ਬਣਾਇਆ ਜਾਏ। ਉਦੋਂ ਤੱਕ ਸਾਨੂੰ ਇਹਨਾਂ ਤੋਂ ਨਹੀਂ ਹੈ। ਪਰ ਹੁਣ ਜਿਹੜੀ ਚਾਈਨਾ ਨਾਲ ਡਿਵੈਲਪਮੈਂਟ ਹੋਈ ਹੈ, ਅਸੀਂ ਉਸ ਖਿੱਤੇ ਚਾਈਨਾ ਔਰ ਪਾਕਿਸਤਾਨ ਕੋਲੋਂ ਜ਼ਿਆਦਾ ਐਗਰੈਸਿਵ ਜਿਹੜੀ ਹੈ ਮਦਦ ਦੀ ਆਸ ਕਰਦੇ ਹਾਂ। ਅਮਰੀਕਾ ਦਾ ਇਸ ਵੇਲੇ ਮੈਂ ਸਮਝਦਾ ਕਿ ਭਾਰਤ ਦੇ ਨਾਲ ਲੱਗ ਕੇ ਇੱਕ ਡਿਫਰੈਂਟ ਬਲੌਕ ਨੂੰ ਲੀਡ ਕਰ ਰਿਹਾ। ਅੱਛਾ ਡਾਕਟਰ ਸਾਹਿਬ, ਮੈਂ ਸਮਝਦਾ ਕਿ ਇੱਕ ਰੈਫਰੈਂਡਮ 2020 ਦੇ ਦੌਰਾਨ ਜਿਹੜੇ ਤੁਹਾਡੀ ਤਨਜ਼ੀਮ ਦੇ ਬੰਦੇ ਪੰਜਾਬ ਵਿੱਚ ਮੌਜੂਦ ਨੇ, ਉਹਨਾਂ ਤੇ ਬੜੀਆਂ ਮੁਸੀਬਤਾਂ ਤੇ ਤਕਲੀਫਾਂ ਹੁੰਦੀਆਂ। ਕਿਆ ਤੁਸੀਂ ਦੱਸਦੇ ਹੋ ਕਿ ਉੱਥੇ ਤਹਿਰੀਕ ਨੌਜਵਾਨ ਕਿਸ ਤਰ੍ਹਾਂ ਚਲਾ ਰਹੇ ਨੇ ਔਰ ਕਿਹਨਾਂ ਮੁਸੀਬਤਾਂ ਦਾ ਸ਼ਿਕਾਰ ਨੇ? ਦੇਖੋ, ਮੈਂ ਪਹਿਲੀ ਆਪਣੀ ਗੁਫ਼ਤਗੂ 'ਚ ਵੀ 2 ਵਾਰ ਇਸ ਦਾ ਮੈਂਸ਼ਨ ਕੀਤਾ ਹੈ ਕਿ ਪਿਛਲੇ ਲਗਭਗ 3 ਹਫ਼ਤੇ ਦੇ ਵਿੱਚ ਪੰਜਾਬ 'ਚ 100 ਤੋਂ ਜ਼ਿਆਦਾ ਨੌਜਵਾਨ ਚੁੱਕੇ ਨੇ ਘਰਾਂ ਤੋਂ। ਔਰ ਇੱਕ ਬੜਾ ਸਖਤ ਕਾਨੂੰਨ ਜਿਹੜਾ ਇਹਨਾਂ ਨੇ UAPA ਦਾ ਬਣਾਇਆ, ਜਿਹਦੇ ਥੱਲੇ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਬੁੱਕ ਕੀਤਾ। ਔਰ ਜਿਹੜੇ ਇਸ ਤਨਜ਼ੀਮ ਨੂੰ ਬਾਹਰੋਂ ਚਲਾਉਣ ਵਾਲੇ ਨੇ, ਜਿਵੇਂ ਗੁਰਬਤਵੰਤ ਸਿੰਘ ਪੰਨੂ ਨੇ ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ ਪਰਮਜੀਤ ਸਿੰਘ ਪੰਮਾ ਨੇ, ਕੈਨੇਡਾ 'ਚ ਹਰਜੀਤ ਸਿੰਘ ਨਿੱਜਰ ਨੇ, ਇਹਨਾਂ ਨੂੰ ਪਿਛਲੇ ਹਫ਼ਤੇ ਇੰਡੀਅਨ ਗਵਰਨਮੈਂਟ ਨੇ ਟੈਰਰਿਸਟ ਡਿਕਲੇਅਰ ਕੀਤਾ ਹੈ ਕਿ ਇਹ ਦਹਿਸ਼ਤਗਰਦ ਨੇ। ਮਤਲਬ ਇਹ ਹੈ ਕਿ ਜਦੋਂ ਉਹਨਾਂ ਨੇ ਦਹਿਸ਼ਤਗਰਦ ਐਲਾਨਿਆ, ਉਹ ਇੰਟਰਪੋਲ ਨੂੰ ਵੀ ਜਿਹੜਾ ਅਲਰਟ, ਰੈੱਡ ਅਲਰਟ ਜਿਹਨੂੰ ਕਹਿੰਦੇ ਨੇ, ਉਹ ਦੇਣਗੇ ਕਿ ਜੇ ਕਿਤੇ ਵੀ ਇਹ ਕਰਨ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ। ਸੋ ਪੂਰੀ ਹਰਾਸਮੈਂਟ ਚੱਲ ਰਹੀ ਹੈ ਪੰਜਾਬ ਦੇ ਵਿੱਚ, ਕਿਉਂਕਿ COVID-19 ਦੇ ਥੱਲੇ ਵੀ ਪੁਲਿਸ ਦੇ ਕੋਲ ਐਕਸਟਰਾ ਪਾਵਰਸ ਨੇ। ਆਜ਼ਾਦੀ ਦੇ ਜਿਹੜੇ ਮੁਜਾਹਿਦ ਹੁੰਦੇ ਨੇ, ਉਹਨਾਂ ਨੂੰ ਦੂਸਰੀਆਂ ਹਕੂਮਤਾਂ ਤੇ ਦਹਿਸ਼ਤਗਰਦ ਤਸਵਰ ਕਰਦੀਆਂ ਨੇ ਜਾਂ ਉਹਨਾਂ ਨੂੰ ਦਹਿਸ਼ਤਗਰਦ ਕਰਾਰ ਦਿਵਾਉਣ ਵਾਸਤੇ ਕੋਸ਼ਿਸ਼ਾਂ ਕਰਦੀਆਂ ਨੇ। ਸਾਡੇ ਜਿਹੜੇ ਬਾਹਰ ਬੰਦੇ ਤੁਹਾਡੇ ਜਿਹੜੇ ਖਾਲਿਸਤਾਨ ਦੇ ਰਹਿੰਦੇ ਨੇ, ਉਹਨਾਂ ਕਿੰਨਿਆਂ ਬੰਦਿਆਂ ਨੂੰ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹਨਾਂ ਨੇ ਇਹ ਇਲਜ਼ਾਮ ਤਰਾਸ਼ੀ ਦਿੱਤੀ ਹੈ? ਦੇਖੋ, ਇੰਡੀਅਨ ਗਵਰਨਮੈਂਟ ਨੇ 2 ਤਰੀਕਿਆਂ ਨਾਲ ਬਾਹਰ ਸਿੱਖਾਂ ਦੀ, ਡਾਇਸਪੋਰਾ ਸਿੱਖਾਂ ਦੀ ਹਰਾਸਮੈਂਟ ਕੀਤੀ। ਪਹਿਲਾ ਤਾਂ ਜਿਨ੍ਹਾਂ ਮੁਲਕਾਂ ਦੇ ਨਾਲ ਐਕਸਟ੍ਰਾਡੀਸ਼ਨ ਟ੍ਰੀਟੀ ਨਹੀਂ ਵੀ ਸੀ ਇੰਡੀਆ ਦੀ, ਉਹ ਉਹਨਾਂ ਨੇ ਸਾਈਨ ਕੀਤੀ। ਔਰ ਉਹਦੇ ਥੱਲੇ ਅਮਰੀਕਾ ਚੋਂ ਹੀ ਜਿਵੇਂ ਘੱਟੋ ਘੱਟ 4 ਸਿੱਖ ਪਿਛਲੇ 20 ਸਾਲ ਦੇ ਪੀਰੀਅਡ 'ਚ ਐਕਸਟ੍ਰਾਡਾਈਟ ਕਰਕੇ ਉਹ ਇੰਡੀਆ ਲੈ ਗਏ, ਜਿਹੜੇ ਸਾਡੇ ਪ੍ਰੋਮਿਨੈਂਟ ਜੁਝਾਰੂ ਸਨ। ਇੰਗਲੈਂਡ ਦੇ ਵਿੱਚੋਂ ਵੀ ਉਹਨਾਂ ਨੇ ਕੋਸ਼ਿਸ਼ ਕੀਤੀ, ਕੈਨੇਡਾ ਚੋਂ ਵੀ ਉਹਨਾਂ ਦਾ। ਸੋ ਇਹ ਪਹਿਲਾ ਤਰੀਕਾ ਸੀ। ਹੁਣ ਕਿਉਂਕਿ ਦਹਿਸ਼ਤਗਰਦ ਐਲਾਨ ਕੇ ਉਹਨਾਂ ਦੀ ਐਕਟੀਵਿਟੀ ਨੂੰ ਖਤਮ ਕਰਨਾ, ਇਹ ਉਹਨਾਂ ਦੀ ਰੂਟੀਨ ਬਣ ਗਿਆ। ਔਰ ਉਸ ਤੋਂ ਪਹਿਲਾਂ ਵੀ ਇਹਨਾਂ ਦਾ ਇਹ ਤੌਰ ਤਰੀਕਾ ਸੀ। ਪਰ ਜਿਵੇਂ ਮੈਂ ਕਿਹਾ ਕਿ ਪਿਛਲੇ ਹਫ਼ਤੇ, ਅੱਜ ਤੋਂ ਆਲਮੋਸਟ 8-9 ਦਿਨ ਪਹਿਲਾਂ, 4 ਸਿੱਖ ਪੋਲੀਟੀਕਲ ਐਕਟਿਵਿਸਟ ਨੇ, ਇਹਨਾਂ ਦਾ
ਕੋਈ ਦਹਿਸ਼ਤਗਰਦੀ ਨਾਲ ਤਾਲੁਕ ਨਹੀਂ ਹੈ। ਲੇਕਿਨ ਅਸੀਂ ਇਹਨੂੰ ਇਹ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਜਿੱਥੇ ਫੜੋ ਫੜੀ ਕਰਕੇ ਇਹ ਸਾਡਾ ਕੁਚਲ ਰਹੇ ਨੇ, ਮੂਵਮੈਂਟ ਨੂੰ ਕੋਸ਼ਿਸ਼ ਕਰ ਰਹੇ ਨੇ, ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਆਉਣ ਵਾਲੇ ਪੀਰੀਅਡ 'ਚ ਯੂਨਾਈਟਿਡ ਨੇਸ਼ਨਸ ਤੱਕ ਇੰਡੀਅਨ ਗਵਰਨਮੈਂਟ ਉਵੇਂ ਹੀ ਅਪਰੋਚ ਕਰੇਗੀ ਇਹਨਾਂ ਨੂੰ ਦਹਿਸ਼ਤਗਰਦ ਐਲਾਨਣ ਲਈ, ਜਿਵੇਂ ਉਹਨਾਂ ਨੇ ਲਸ਼ਕਰ ਤਾਇਬਾ ਜਾਂ ਹਿਜ਼ਬੁਲ ਮੁਜਾਹਿਦੀਨ ਵਗੈਰਾ ਆਰਗੇਨਾਈਜੇਸ਼ਨਸ ਨੂੰ ਟਾਰਗੇਟ ਕੀਤਾ। ਇਸੇ ਤਰ੍ਹਾਂ ਜਿਹੜੀਆਂ ਪੀਸਫੁਲ ਮੂਵਮੈਂਟਸ ਨੇ ਬਾਹਰ ਦੀਆਂ ਉਹਨਾਂ ਨੂੰ ਵੀ ਇਹ ਟਾਰਗੇਟ ਕਰਨਗੇ UN ਦੇ ਲੈਵਲ ਤੇ। ਡਾਕਟਰ ਸਾਹਿਬ, ਆਖਰ ਤੇ ਤੁਸੀਂ ਪਾਕਿਸਤਾਨੀ ਕੌਮ, ਪਾਕਿਸਤਾਨੀ ਫੌਜ ਔਰ ਦੁਨੀਆ ਨੂੰ ਖਾਲਿਸਤਾਨ ਦੀ ਤਹਿਰੀਕ ਦੇ ਬਾਰੇ ਕੀ ਪੈਗਾਮ ਦੇਣਾ ਚਾਹੁੰਦੇ ਹੋ ਉਹ ਦਿਓ, ਔਰ ਨਾਲੇ ਇਹ ਦੱਸੋ ਕਿ ਆਜ਼ਾਦੀ ਦੀਆਂ ਤਹਿਰੀਕਾਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ, ਬਲਕਿ ਜਿਨ੍ਹਾਂ ਨੂੰ ਆਜ਼ਾਦੀ ਦੀ ਨਿਮਤ ਮਿਲੀ ਹੈ, ਜਿਨ੍ਹਾਂ ਕੌਮਾਂ ਨੂੰ, ਉਹਨਾਂ ਨੂੰ ਦੱਸੋ ਕਿ ਉਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅੱਲਾ ਦਾ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੀ ਕੌਮ, ਕਿਉਂਕਿ ਕਈ ਵਾਰ ਤੁਹਾਡੇ ਮੀਡੀਆ ਚੈਨਲਸ ਤੇ ਮੈਂ ਜਦੋਂ ਕੁਝ ਇਸ ਕਿਸਮ ਦੀ ਡਿਬੇਟ ਦੇਖਦਾ ਹਾਂ ਜਿਹਦੇ ਵਿੱਚ ਕਈ ਜਿਹੜੇ ਨੇ ਪਾਕਿਸਤਾਨ ਦੀ ਹੋਂਦ ਦੇ ਉੱਤੇ ਹੀ ਸਵਾਲ ਖੜਾ ਕਰ ਰਹੇ ਹੁੰਦੇ ਨੇ ਕਿ ਜੇ ਅਸੀਂ ਨਾ ਹੁੰਦੇ, ਇਕੱਠੇ ਰਹਿੰਦੇ, ਇੱਕ ਮੁਲਕ ਰਹਿੰਦਾ, ਇਨੇ 100 ਮਿਲੀਅਨ ਅਸੀਂ ਹੁੰਦੇ, ਫਿਰ ਆਹ ਕਰ ਲੈਂਦੇ, ਉਹ ਕਰ ਲੈਂਦੇ। ਮੈਂ ਕਹਿੰਦਾ ਕਿ 200 ਮਿਲੀਅਨ ਮੁਸਲਮਾਨਾਂ ਦਾ ਹਾਲ ਦੇਖ ਲਓ ਭਾਰਤ ਦੇ ਨਕਸ਼ੇ 'ਚ ਕੀ ਹੈ, 30 ਮਿਲੀਅਨ ਸਿੱਖਾਂ ਦਾ ਦੇਖ ਲਓ, 30 ਮਿਲੀਅਨ ਈਸਾਈਆਂ ਦਾ ਦੇਖ ਲਓ, ਔਰ ਸ਼ੁਕਰਗੁਜ਼ਾਰ ਹੋਵੋ ਕਿ ਤੁਹਾਨੂੰ ਕਾਇਦੇ ਆਜ਼ਮ ਦੀ ਕਿਆਦਤ ਮਿਲੀ, ਜਿਨ੍ਹਾਂ ਨੇ ਤੁਹਾਨੂੰ ਇੱਕ ਖੂਬਸੂਰਤ ਮੁਲਕ ਪਾਕਿਸਤਾਨ, ਜਿਹੜਾ 72 ਸਾਲਾਂ 'ਚ ਭਾਰਤ ਦੀਆਂ ਬਦ ਨੀਤੀਆਂ ਉਹਨਾਂ ਵੱਲੋਂ ਥੋਪੀਆਂ ਗਈਆਂ ਜੰਗਾਂ, ਇਹਦੇ ਬਾਵਜੂਦ ਪ੍ਰੋਸਪਰਿੰਗ ਹੈ ਔਰ ਤਰੱਕੀ ਵੱਲ ਜਿਹੜਾ ਉਹ ਜਿਹੜਾ ਗਾਮਜ਼ਨ ਹੈ, ਇਹਦੇ ਲਈ ਰੱਬ ਦੇ ਵੀ ਸ਼ੁਕਰਗੁਜ਼ਾਰੀ। ਔਰ ਜ਼ਾਹਿਰ ਹੈ ਕਾਇਦੇ ਆਜ਼ਮ ਉਹਨਾਂ ਵਰਗੀ ਪਰਸਨੈਲਿਟੀ ਸਾਊਥ ਏਸ਼ੀਆ, ਮੈਂ ਬੇਸ਼ੱਕ ਖਾਲਿਸਤਾਨ ਤਹਿਰੀਕ ਨੂੰ ਉਹਦਾ ਇੱਕ ਹਿੱਸਾ ਹੈ, ਮੈਂ ਕਹਿਣਾ ਚਾਹੁੰਦਾ ਕਿ ਭਾਈ ਹੁਣ ਘੁੰਡ ਕੱਢ ਕੇ ਨਾ ਰੱਖੋ, ਘੁੰਡ ਚੁੱਕੋ। ਔਰ ਇਹ ਜਿਹੜਾ ਖਾਲਿਸਤਾਨ ਦੀ ਤਹਿਰੀਕ ਦੇ ਲਈ ਤੁਸੀਂ ਬਥੇਰਾ ਬਚਾ ਲਿਆ ਜੀ, ਉਹ ਬਲੋਚਿਸਤਾਨ ਖੜਾ ਕਰ ਦੇਣਗੇ, ਉਹ ਇਹ ਕਹਿਣਗੇ ਜੀ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਹੇ ਨੇ। ਜੇ ਮੋਦੀ ਲਾਲ ਕਿਲੇ ਤੋਂ ਆਪਣਾ ਐਡਰੈਸ ਕਰਦੇ ਆ ਆਜ਼ਾਦ ਕਸ਼ਮੀਰ, ਗਿਲਗਿਤ ਬਲਟਿਸਤਾਨ ਨੂੰ ਉਹਨਾਂ ਦਾ ਵੈਦਰ ਦੱਸਦੇ ਨੇ, ਉਹਦਾ ਮੈਂਸ਼ਨ ਕਰਦੇ ਨੇ। ਆ 2 ਦਿਨ ਪਹਿਲਾਂ UN ਦੇ ਵਿੱਚ ਜਿਹੜਾ ਇੰਡੀਆ ਦਾ ਐਮਬੈਸਡਰ ਹੈ, ਵਰਚੁਅਲ ਕਾਨਫਰੰਸ ਦੇ ਵਿੱਚ ਉਹਨੇ ਗਿਲਗਿਤ ਬਲਟਿਸਤਾਨ ਦੇ ਵਿੱਚ ਉਹਨਾਂ ਦੀ ਗੱਲ ਕੀਤੀ ਔਰ ਉਹਨਾਂ ਨੂੰ ਕਿਹਾ ਕਿ ਜੀ ਇਹ ਇੰਟਰਫੀਅਰ ਕਰ ਰਹੇ ਨੇ। ਤੇ ਮੈਨੂੰ ਇਹ ਲੱਗਦਾ ਹੈ ਵੀ ਜੇ ਉਹ ਤੁਹਾਡੇ ਅੰਦਰੂਨੀ ਮਾਮਲਿਆਂ ਜੋ ਉਹਨਾਂ ਨੇ ਉੱਥੇ ਵਾਇਲੈਂਟ ਮਾਹੌਲ ਕ੍ਰੀਏਟ ਕੀਤਾ ਉਹ ਕਰ ਰਹੇ ਨੇ, ਤੇ ਤੁਹਾਨੂੰ ਕੀ ਤਕਲੀਫ ਹੈ? ਤੁਸੀਂ ਇੱਕ ਵਾਰ, ਮੈਂ ਇਹ ਸਮਝਦਾ ਹਾਂ ਵੀ ਸਾਡਾ ਇਸ ਦੀ 40 ਸਾਲ ਦੀ ਪੀਰੀਅਡ 4 ਦਹਾਈਆਂ ਤੋਂ ਜੇ ਕਹਿਣਾ ਹੋਏ ਇਨ ਜਨਰਲ, ਇੱਕ ਕਮਜ਼ੋਰੀ ਰਹੀ ਕਿ ਸਾਡੀ ਬਾਹ ਖੁੱਲ ਕੇ ਕਿਸੇ ਨੇ ਨਹੀਂ ਫੜੀ। ਗੁੱਡਵਿਲ ਹੈ, ਜਿਵੇਂ ਤੁਸੀਂ ਕਿਹਾ, ਪਾਕਿਸਤਾਨੀ ਸਾਨੂੰ ਬਹੁਤ ਪਿਆਰ ਕਰਦੇ ਨੇ, ਪਰ ਹਕੂਮਤੀ ਲੈਵਲ ਦੇ ਉੱਤੇ ਸਾਨੂੰ ਇਹ ਨਹੀਂ ਲੱਗਾ ਕਦੇ ਵੀ ਕਿ ਕਿਸੇ ਨੇ ਸਾਡੀ ਬਾਹ ਫੜੀ ਹੈ। ਔਰ ਹੁਣ ਇਹ ਮੌਕਾ ਦੇਖੋ, ਖਾਲਿਸਤਾਨ ਇੱਕ ਬਫਰ ਸਟੇਟ ਦੇ। ਡਾਕਟਰ ਸਾਹਿਬ, ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਂਦਿਆਂ ਆ ਪਾਕਿਸਤਾਨੀ ਫੌਜ, ਜਨਰਲ ਬਾਜਵਾ ਔਰ ਇਮਰਾਨ ਖਾਨ ਸਾਹਿਬ ਅੱਗੇ ਇਹ ਰਿਕੁਐਸਟ ਕਰਾਂਗਾ ਕਿ ਖਾਲਿਸਤਾਨ ਦੀ ਤਹਿਰੀਕ ਦੇ, ਆਜ਼ਾਦੀ ਦੇ ਇਹਨਾਂ ਮੁਜਾਹਿਦਾਂ ਦੀ ਬਾਹ ਜ਼ਰੂਰ ਫੜੋ, ਔਰ ਇਸ ਤਰ੍ਹਾਂ ਫੜੋ ਕਿ ਸਾਡੀ ਇਹ 2-4 ਸਾਲਾ ਜ਼ਿੰਦਗੀ ਵਿੱਚ ਹੀ ਖਾਲਿਸਤਾਨ ਇੱਕ ਆਜ਼ਾਦ ਮੁਮਲਕਤ ਦੇ ਦੌਰ ਦੇ ਦੁਨੀਆ ਦੇ ਸਾਹਮਣੇ ਆਵੇ। ਔਰ ਇਨਸ਼ਾਅੱਲਾ ਤੁਹਾਡੇ ਨਾਲ ਫਿਰ ਵੀ ਗੱਲਾਂ ਹੁੰਦੀਆਂ ਰਹਿਣਗੀਆਂ। ਇਸ ਤੋਂ ਇਲਾਵਾ ਵੀ ਤੁਸੀਂ ਕੋਈ ਪੈਗਾਮ ਦੇਣਾ ਚਾਹੋ ਤੇ 72 ਦਾ ਪਲੇਟਫਾਰਮ ਆਖਰ ਤੇ ਹਾਜ਼ਰ ਹੈ ਤੁਹਾਡੇ ਵਾਸਤੇ। ਦੇਖੋ, ਮੈਂ ਕੰਕਲੂਜਨ 'ਚ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਕੁਝ ਹੁਣ ਇੰਡੀਆ, ਚਾਈਨਾ ਔਰ ਈਵਨ ਪਾਕਿਸਤਾਨ, ਤਿੰਨੋਂ ਨਿਊਕਲੀਅਰ ਪਾਵਰਸ ਨੇ ਔਰ ਤਿੰਨੋਂ ਹੀ ਇਸ ਵੇਲੇ ਇੱਕ ਤਨਾਤਨੀ ਦਾ ਮਾਹੌਲ ਹੈ। ਜੀ ਸਾਊਥ ਏਸ਼ੀਆ ਦੇ ਵਿੱਚ ਪਰਮਾਨੈਂਟ ਅਮਨ, ਪ੍ਰੋਸਪੈਰਿਟੀ ਔਰ ਕੋਐਗਜ਼ਿਸਟੈਂਸ ਹੈ, ਹੋਣੀ ਹੈ, ਤੇ ਇਹਦਾ ਜਵਾਬ ਬਫਰ ਸਟੇਟ ਖਾਲਿਸਤਾਨ ਹੈ, ਜਿਹੜੀ ਬਫਰ ਸਟੇਟ ਇੰਡੀਆ, ਪਾਕਿਸਤਾਨ, ਚਾਈਨਾ ਦੇ ਵਿਚਾਲੇ ਇੱਕ ਬਫਰ ਦਾ ਕੰਮ ਕਰੇਗੀ। ਕਿਉਂਕਿ ਜਿਹੜੀ ਹਿੰਦੂਤਵਾ ਦਾ ਮਾਈਂਡਸੈਟ ਹੈ, 1000 ਸਾਲ ਤੋਂ ਇਹਨਾਂ ਦੇ ਅੰਦਰ ਉਹ ਨਫ਼ਰਤ ਹੈ। ਨਾ ਇਹਨਾਂ ਨੇ ਕਦੇ ਮੁਸਲਮਾਨਾਂ ਨੂੰ ਐਕਸੈਪਟ ਕੀਤਾ ਹੈ, ਨਾ ਸਿੱਖਾਂ ਨੂੰ ਐਕਸੈਪਟ ਕੀਤਾ ਹੈ। ਨਫ਼ਰਤ ਔਰ ਜ਼ਹਿਰ ਨਾਲ ਭਰੇ ਹੋਏ ਨੇ। ਔਰ ਸਿੱਖ ਕੌਮ ਜਿਹੜੀ ਕੋਐਗਜ਼ਿਸਟੈਂਸ ਯਕੀਨ ਰੱਖਦੀ ਹੈ, ਔਰ ਸਾਨੂੰ ਤਾਂ ਬਾਬਾ ਨਾਨਕ ਨੇ ਹੀ ਪਾਕਿਸਤਾਨ ਦੇ ਨਾਲ ਜੋੜਿਆ ਹੋਇਆ ਹੈ। ਸਾਡਾ ਮੱਕਾ, ਮਦੀਨਾ,
ਸਾਡਾ ਸਭ ਕੁਝ ਹੀ ਜਿਹੜਾ ਆਪਸ ਦੇ ਵਿੱਚ ਸਾਂਝਾ ਹੈ। ਅਸੀਂ ਉਸ ਧਰਤੀ ਦੇ ਪੁੱਤਰ ਹੈ ਜਿਹੜੇ ਕਿ ਜਿਹੜੀ ਧਰਤੀ ਅਮਨ ਪਿਆਰ ਔਰ ਇੱਕ ਦੂਜੇ ਨੂੰ ਨਿਵਾਜਣ ਵਾਲੀ ਹੈ। ਸੋ ਅਸੀਂ ਸਮਝਦੇ ਹਾਂ ਕਿ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਦੇ ਨਾਲ ਹੀ ਸਾਊਥ ਏਸ਼ੀਆ ਦੇ ਵਿੱਚ ਸਟੇਬਿਲਿਟੀ ਔਰ ਪ੍ਰੋਸਪੈਰਿਟੀ ਦੇ ਦਰਵਾਜ਼ੇ ਖੁੱਲਣਗੇ। ਇਸ ਦੇ ਉੱਤੇ ਜਿਹੜਾ ਸਾਡਾ ਫੇਥ ਹੋਣਾ ਚਾਹੀਦਾ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਫਿਰ ਵੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤੁਸੀਂ ਸਾਨੂੰ ਅੱਜ ਆਜ਼ਾਦੀ ਦੇ ਬਾਰੇ ਤੇ ਖਾਲਿਸਤਾਨ ਦੇ ਬਾਰੇ ਔਰ ਕਸ਼ਮੀਰ ਦੇ ਬਾਰੇ ਬਹੁਤ ਸਾਰੀਆਂ ਸੋਹਣੀਆਂ ਗੱਲਾਂ ਸੁਣਾਈਆਂ। ਅਸੀਂ ਤੁਹਾਡੇ ਬੜੇ ਮਸ਼ਕੂਰ ਹਾਂ ਔਰ ਤੁਹਾਡੇ ਦੁਆਗੋ ਵੀ ਹਾਂ। ਫਿਰ ਅੱਲਾ ਨਿਗਹਿਬਾਨ। ਬਹੁਤ ਸ਼ੁਕਰੀਆ ਸਾਰੇ ਵਿਊਅਰਸ ਦਾ ਵੀ ਜਿਨ੍ਹਾਂ ਨੇ ਬੜੀ ਪੇਸ਼ੈਂਸ ਦੇ ਨਾਲ ਇਸ ਪ੍ਰੋਗਰਾਮ ਨੂੰ ਦੇਖਿਆ ਹੋਵੇਗਾ। ਥੈਂਕ ਯੂ।